ओशो दा लैक्चर रहस दी इच्छा। उन्हां सूत्रां दे नाल यात्रा गहरी हुंदी है। धर्म दी भाषा जरा अणबुझ है। यह होना लाजमी है क्योंकि धर्म दा संबंध तत्थ नाल घट रहस नाल वधेरे है। तत्थ तां उसनूं कहंदे आ जो समझ आ जांदा है, रहस उसनूं कहंदे आ जो समझ आउंदा भी है ते नहीं भी आउंदा। इन्ना ही समझ आउंदा है कि समझ विच आ सकेगा। तत्थ तां वो है जो बुद्धि दे हेठां है, रहस वो है जिस दे हेठां खुद बुद्धि है। तत्थ दी गहराई नूं बुद्धि नाप पांदी है, रहस दी गहराई नूं खोजन जांदी है तां खुद खो जांदी है। राम कृष्ण कहंदे सन जिवें कोई लूण दा पुतला सागर दी गहराई नूं खोजन जाए तां नहीं खोज सकेगा, शुरू तां करेगा पर मंजिल दा अंत कदे नहीं आएगा क्योंकि लूण दा पुतला ठहरिया जिवें जिवें सागर च गहरा उतरेगा उवें उवें खुरेगा भी, खोएगा भी। गहराई विच पहुंचदा पहुंचदा खुद मिट चुका होएगा। खबर देण नूं भी नहीं बचेगा कि परत के दस सके कि सागर कितना गहरा है। लेकिन लूण दा पुतला ही सागर दी गहराई नूं जान सकदा है। पत्थर नूं पा दिओ तां गहराई तक पहुंच जाएगा पर सागर दे प्राणां तों अणछोया जो खुरेगा नहीं, उस सागर दे प्राणां नूं छुएगा किवें? जो मिटेगा ही नहीं, जो लीन ही नहीं होएगा, वो सागर दी असल गहराई नूं किवें नाप सकेगा? सागर दी एक गहराई तां वो है जिहड़ी गज़ां नाल मिणी जा सकदी है ते एक सागर दे वजूद दी वो गहराई है जिहनूं गज़ां नाल मिणन दा कोई उपाय नहीं है। लूण दा पुतला ही मिट सकेगा क्योंकि वो मिटण नूं राजी है, डुੱਬਣ नूं राजी है। वो सागर दे नाल एक हो जाएगा, सागर दे नाल लीन हो जाएगा, उस लीनता विच ही जान पाएगा। लेकिन तद परत के दसन दा कोई भी उपाय नहीं। रहस दा अर्थ है कि इस नूं खोजण तां तुसीं निकलोगे पर जिस दिन तुसीं उहनूं खोज लओगे उस दिन तुहाडा कोई पता नहीं रह जाएगा। तत्थां नूं असीं अपनी मुट्ठी 'च रख लैंदे आ, रहस सानूं अपनी मुट्ठी 'च रख लएगा। ये सूत्र हुण गहरे हन। हुण नदी जरा गहरी होएगी, जरा ध्यान 'च समझोगे तां ही समझ आ सकेगा। अगला सूत्र जो तुहाडे अंदर है सिर्फ उसे दी इच्छा करो। बड़ा उल्टा है, दो अर्थां 'च उल्टा है। एक तां असीं सदा ਉਹਦੀ ਇੱਛਾ ਕਰਦੇ ਹਾਂ, ਇੱਛਾ ਹੁੰਦੀ ਉਹਦੀ ਹੈ ਜੋ ਸਾਡੇ ਅੰਦਰ ਨਹੀਂ ਹੈ। ਇੱਛਾ ਦਾ ਅਰਥ ਇਹ ਹੁੰਦਾ ਹੈ ਕਿ ਜੋ ਸਾਡੇ ਕੋਲ ਨਹੀਂ ਹੈ, ਜਿਹਦੀ ਘਾਟ ਹੈ, ਉਹਦੀ ਇੱਛਾ ਹੁੰਦੀ ਹੈ ਤੇ ਇੱਛਾ ਦਾ ਮਤਲਬ ਹੈ ਕਿ ਸਾਡੇ ਕੋਲ ਨਹੀਂ ਹੈ, ਕੱਲ ਹੋ ਸਕੇਗਾ, ਕੱਲ ਹੋ ਸਕੇਗਾ, ਇਹਦੀ ਵਾਸਨਾ ਹੀ ਤਾਂ ਇੱਛਾ ਹੈ। ਇਹ ਸੂਤਰ ਕਹਿੰਦਾ ਹੈ ਕਿ ਜੋ ਤੁਹਾਡੇ ਅੰਦਰ ਹੈ ਸਿਰਫ ਉਸੇ ਦੀ ਇੱਛਾ ਕਰੋ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜੋ ਤੁਹਾਡੇ ਅੰਦਰ ਨਹੀਂ ਹੈ ਉਹਦੀ ਇੱਛਾ ਨਾ ਕਰਨਾ। ਸਾਡੀਆਂ ਸਾਰੀਆਂ ਇੱਛਾਵਾਂ ਤਾਂ ਉਸੇ ਦੀਆਂ ਹੀ ਹੈ ਜੋ ਸਾਡੇ ਅੰਦਰ ਨਹੀਂ ਹੈ। ਅਸੀਂ ਤਾਂ ਉਸੇ ਨੂੰ ਮੰਗ ਰਹੇ ਹਾਂ ਜੋ ਸਾਡੇ ਕੋਲ ਨਹੀਂ ਹੈ ਤੇ ਇਹ ਬਾਦਲੀਲ ਵੀ ਹੈ ਕਿ ਅਸੀਂ ਉਸੇ ਨੂੰ ਮੰਗੀਏ ਜੋ ਸਾਡੇ ਕੋਲ ਨਹੀਂ ਹੈ। ਜੋ ਕੋਲ ਹੈ ਹੀ ਉਹਨੂੰ ਮੰਗਣ ਦਾ ਕੀ ਮਤਲਬ? ਇਸ ਲਈ ਪਹਿਲੀ ਤਾਂ ਗੱਲ ਇਹ ਹੈ ਕਿ ਇੱਛਾ ਜੋ ਅੰਦਰ ਹੈ ਉਹਦੀ ਹੁੰਦੀ ਹੀ ਨਹੀਂ। ਇਸ ਲਈ ਸੂਤਰ ਬੜਾ ਉਲਟਾ ਹੈ। ਦੂਜਾ ਇਸ ਲਈ ਵੀ ਇਹ ਸੂਤਰ ਬੜਾ ਗਹਿਰਾ ਤੇ ਉਲਟਾ ਹੈ ਕਿ ਜੀਵਨ 'ਚ ਮਿਲਦਾ ਸਿਰਫ ਉਹੀ ਹੈ ਜੋ ਸਾਡੇ ਕੋਲ ਸੀ। ਉਹ ਤਾਂ ਕਦੇ ਮਿਲਦਾ ਹੀ ਨਹੀਂ ਜੋ ਸਾਡੇ ਅੰਦਰ ਸੀ ਹੀ ਨਹੀਂ। ਕੁਝ ਵੀ ਅਸੀਂ ਪਾ ਲਈਏ ਉਹ ਬਾਹਰ ਹੀ ਰਹਿ ਜਾਏਗਾ। ਜੋ ਬਾਹਰ ਹੀ ਰਹਿ ਜਾਏਗਾ ਉਹ ਸਾਨੂੰ ਮਿਲਿਆ ਕਿਤੇ, ਉਹ ਸਾਥੋਂ ਖੋਇਆ ਜਾ ਸਕਦਾ ਹੈ। ਕਿੰਨਾ ਹੀ ਕੋਈ ਧਨ ਇਕੱਠਾ ਕਰ ਲਵੇ ਉਹਦੀ ਚੋਰੀ ਹੋ ਸਕਦੀ ਹੈ, ਉਸ ਉੱਤੇ ਡਾਕਾ ਪੈ ਸਕਦਾ ਹੈ ਤੇ ਨਾ ਚੋਰੀ ਹੋਵੇ, ਨਾ ਡਾਕਾ ਪਵੇ, ਨਾ ਰਾਜ ਸਮਾਜਵਾਦੀ ਹੋਵੇ, ਕੁਝ ਵੀ ਨਾ ਹੋਵੇ ਤਾਂ ਵੀ ਮੌਤ ਖੋਹ ਲਏਗੀ। ਮੌਤ ਦੀ ਘੜੀ 'ਚ ਜੋ ਵੀ ਤੁਸੀਂ ਚਾਹਿਆ ਸੀ, ਨਾ ਰਾਜ ਸਮਾਜਵਾਦੀ ਹੋਵੇ, ਕੁਝ ਵੀ ਨਾ ਹੋਵੇ, ਮੌਤ ਦੀ ਘੜੀ 'ਚ ਜੋ ਵੀ ਤੁਸੀਂ ਚਾਹਿਆ ਸੀ, ਜੋੜਿਆ ਸੀ, ਉਹ ਤੁਹਾਡੇ ਹੱਥੋਂ ਗਿਰ ਜਾਏਗਾ। ਉਹ ਤੁਹਾਡੇ ਕੋਲ ਸੀ ਪਰ ਤੁਹਾਡਾ ਹੋਇਆ ਨਹੀਂ ਸੀ। ਤੁਹਾਡਾ ਹੋ ਜਾਂਦਾ ਤਾਂ ਕੋਈ ਵੀ ਉਹਨੂੰ ਖੋਹ ਨਹੀਂ ਸੀ ਸਕਦਾ। ਇਸ ਲਈ ਧਰਮ ਦੀ ਦ੍ਰਿਸ਼ਟੀ 'ਚ ਸੰਪਦਾ ਦਾ ਅਰਥ ਹੈ ਉਹ ਜੋ ਤੁਹਾਥੋਂ ਖੋਈ ਨਾ ਜਾ ਸਕੇ। ਜੋ ਤੁਹਾਥੋਂ ਖੋਈ ਜਾ ਸਕੇ ਉਹਦਾ ਨਾਮ ਵਿਪਤਾ ਹੈ ਕਿਉਂਕਿ ਉਹਨੂੰ ਬਚਾਓ, ਉਹਦਾ ਕਸ਼ਟ ਭੋਗੋ, ਉਹਨੂੰ ਦੂਜਿਆਂ ਤੋਂ ਖੋਹੋ, ਝਪਟੋ, ਉਹਦਾ ਕਸ਼ਟ ਭੋਗੋ। ਸਾਰਾ ਕੁਝ ਕਰ ਲੈਣ ਦੇ ਬਾਅਦ ਵੀ ਡਟੇ ਰਹੋ, 24 ਘੰਟੇ ਕੰਬੀ ਜਾਓ ਕਿ ਉਹ ਖੋਈ ਨਾ ਜਾਏ, ਫਿਰ ਆਖਰ 'ਚ ਉਹ ਖੋਈ ਜਾਏਗੀ। ਇਸ ਲਈ ਧਰਮ ਕਹਿੰਦਾ ਕਿ ਇਸ ਨੂੰ ਸੰਪਤੀ ਨਾ ਸਮਝ ਕਹਿੰਦੇ ਹੋਣਗੇ, ਇਹ ਤਾਂ ਵਿਪਤੀ ਹੈ। ਸੰਪਤੀ ਤਾਂ ਉਹ ਹੈ ਜੋ ਤੁਹਾਡੇ ਕੋਲੋਂ ਖੋਈ ਨਾ ਜਾ ਸਕੇ, ਤਾਂ ਹੀ ਆਪਣੀ ਹੈ, ਤਾਂ ਹੀ ਆਪਣੀ ਕਹਿਣ ਦਾ ਕੋਈ ਅਰਥ ਹੈ।
ਲੇਕਿਨ ਅਜਿਹੀ ਕਿਹੜੀ ਸੰਪਤੀ ਹੋਏਗੀ ਜੋ ਤੁਹਾਤੋਂ ਖੋਈ ਨਾ ਜਾ ਸਕੇ? ਜੇ ਅਜਿਹੀ ਕੋਈ ਸੰਪਤੀ ਹੈ ਤਾਂ ਤੁਹਾਡੇ ਅੰਦਰ ਮੌਜੂਦ ਹੀ ਹੋਏਗੀ। ਤਾਂ ਹੀ ਜੋ ਵੀ ਅਸੀਂ ਬਾਹਰ ਤੋਂ ਪਾਵਾਂਗੇ ਉਹ ਵਾਪਸ ਲਿਆ ਜਾ ਸਕਦਾ ਹੈ। ਜੋ ਸਾਡੇ ਸੁਭਾਅ ਦੇ ਲਈ ਹੀ ਹਾਸਲ ਹੋਇਆ ਹੈ ਉਹ ਸਾਥੋਂ ਨਹੀਂ ਖੋਇਆ ਜਾ ਸਕਦਾ। ਜੋ ਸਾਡੀ ਆਤਮਾ 'ਚ ਹੀ ਵਸਿਆ ਉਹ ਸਾਥੋਂ ਨਹੀਂ ਖੋਇਆ ਜਾ ਸਕਦਾ। ਜੋ ਤੁਹਾਥੋਂ ਖੋਈ ਨਾ ਜਾ ਸਕੇ ਉਸ ਸੱਤਾ ਦਾ ਨਾਂ ਹੀ ਆਤਮਾ ਹੈ। ਬਹੁਤ ਲੋਕਾਂ ਦੇ ਕੋਲ ਆਤਮਾ ਹੁੰਦੀ ਨਹੀਂ। ਜਦ ਮੈਂ ਅਜਿਹਾ ਕਹਿੰਦਾ ਤਾਂ ਤੁਸੀਂ ਬਹੁਤ ਚੌਂਕੋਗੇ, ਕਿਉਂਕਿ ਅਸੀਂ ਤਾਂ ਮੰਨ ਕੇ ਚੱਲਦੇ ਹਾਂ ਕਿ ਆਤਮਾ ਸਭ ਦੇ ਕੋਲ ਹੁੰਦੀ ਹੈ। ਠੀਕ ਹੈ, ਸਭ ਦੇ ਕੋਲ ਆਤਮਾ ਹੋ ਸਕਦੀ ਹੈ, ਇੱਕ ਅਰਥ 'ਚ ਹੁੰਦੀ ਹੈ, ਪਰ ਸਭ ਦੇ ਕੋਲ ਨਹੀਂ ਹੁੰਦੀ। ਜੇ ਤੁਸੀਂ ਹਿਸਾਬ ਲਾਓ ਕਿ ਤੁਹਾਡੇ ਕੋਲ ਜੋ ਕੁਝ ਵੀ ਹੈ ਕਿ ਉਸ ਵਿੱਚ ਕੁਝ ਅਜਿਹਾ ਵੀ ਹੈ ਜੋ ਖੋਇਆ ਨਾ ਜਾ ਸਕੇ, ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਆਤਮਾ ਤੁਹਾਡੇ ਕੋਲ ਹੈ ਜਾਂ ਨਹੀਂ। ਤੁਸੀਂ ਜ਼ਰਾ ਇੱਕ ਸੂਚੀ ਬਣਾਓ ਆਪਣੀ ਸੰਪਤੀ ਦੀ, ਜੋ ਵੀ ਤੁਹਾਡੇ ਕੋਲ ਹੈ, ਤੇ ਇੱਕ ਲਾਲ ਸਿਆਹੀ ਦਾ ਪੈਨ ਲੈ ਕੇ ਬੈਠ ਜਾਓ। ਨਿਸ਼ਾਨੀਆਂ ਲਾਉਣਾ ਕਿ ਇਸ 'ਚ ਕੀ ਹੈ ਜੋ ਖੋਇਆ ਜਾ ਸਕਦਾ ਹੈ। ਤੁਸੀਂ ਪਾਓਗੇ ਕਿ ਪੂਰੀ ਸੂਚੀ ਲਾਲ ਹੋ ਗਈ। ਉਸ 'ਚ ਇੱਕ ਵੀ ਚੀਜ਼ ਨਹੀਂ ਬਚਦੀ ਜੋ ਖੋਈ ਨਾ ਜਾ ਸਕੇ, ਤਾਂ ਫਿਰ ਤੁਹਾਡੇ ਕੋਲ ਆਤਮਾ ਨਹੀਂ ਹੈ। ਜੇ ਅਜਿਹੀ ਕੋਈ ਚੀਜ਼ ਤੁਹਾਡੇ ਅਨੁਭਵ 'ਚ ਆਵੇ ਤਾਂ ਤੁਹਾਡੇ ਕੋਲ ਹੈ, ਜਿਹਨੂੰ ਕੋਈ ਵੀ ਖੋ ਨਹੀਂ ਸਕੇਗਾ, ਮੌਤ ਵੀ ਨਹੀਂ, ਤਾਂ ਸਮਝਣਾ ਕਿ ਤੁਹਾਡੇ ਕੋਲ ਆਤਮਾ ਹੈ। ਸ਼ਾਸਤਰ 'ਚ ਪੜ੍ਹ ਲੈਣ ਨਾਲ ਸਭ ਨੂੰ ਇਹ ਭਰਮ ਹੋ ਜਾਂਦਾ ਹੈ ਕਿ ਆਤਮਾ ਤਾਂ ਹੈ ਹੀ, ਯਕੀਨਨ ਹੈ, ਪਰ ਇਹਦਾ ਤੁਹਾਨੂੰ ਪਤਾ ਹੀ ਨਹੀਂ। ਉਹਦੇ ਹੋਣ ਨਾ ਹੋਣ ਦਾ ਕੀ ਮਕਸਦ, ਤੇ ਜਿਸ ਦਾ ਤੁਹਾਨੂੰ ਕੋਈ ਅਨੁਭਵ ਹੀ ਨਹੀਂ, ਉਹ ਹੋਵੇ ਵੀ ਤਾਂ ਉਹਦਾ ਕਰੋਗੇ ਕੀ? ਉਹ ਜਿਹਾ ਹੀਰਾ ਜੋ ਕਿਤੇ ਤੁਹਾਡੇ ਘਰ 'ਚ ਗੱਡਿਆ ਹੋਇਆ, ਤੁਹਾਨੂੰ ਪਤਾ ਨਹੀਂ ਉਹ ਹੋਵੇ ਜਾਂ ਨਾ ਹੋਵੇ, ਉਹਦੀ ਬਾਜ਼ਾਰ 'ਚ ਕੀ ਕੀਮਤ ਹੈ। ਤੁਸੀਂ ਇਹ ਆਖੋ ਕਿ ਮੇਰੇ ਘਰ 'ਚ ਹੀਰਾ ਗੱਡਿਆ ਹੋਇਆ, ਮੈਨੂੰ ਪਤਾ ਨਹੀਂ, ਇਸ ਲਈ ਮੈਂ ਸਮਰਾਟ ਹਾਂ, ਪਰ ਫਿਰ ਵੀ ਤੁਹਾਨੂੰ ਭੀਖ ਤਾਂ ਮੰਗਣੀ ਪਏਗੀ, ਕਿਉਂਕਿ ਉਹ ਹੀਰਾ ਕਿਸੇ ਵੀ ਕੰਮ ਦਾ ਨਹੀਂ। ਤੇ ਜਦ ਤੱਕ ਉਹ ਮਿਲ ਨਾ ਜਾਏ ਤਦ ਤੱਕ ਕੀ ਭਰੋਸਾ ਹੈ ਤੁਹਾਡਾ ਕਿ ਸੱਚਮੁੱਚ ਗੱਡਿਆ ਹੋਇਆ? ਇਹ ਵੀ ਕਹਿਣਾ ਕਿ ਗੱਡਿਆ ਹੋਇਆ ਹੈ ਮੇਰੇ ਘਰ 'ਚ, ਜਦ ਤੱਕ ਉਹਨੂੰ ਕੱਢ ਨਾ ਲਿਆ ਜਾਵੇ ਤਦ ਤੱਕ ਕੀ ਮਾਇਨੇ ਰੱਖਦਾ ਹੈ? ਤੁਸੀਂ ਕਹੋਗੇ ਕਿ ਸ਼ਾਸਤਰਾਂ 'ਚ ਲਿਖਿਆ ਹੈ ਇਸ ਲਈ ਹੈ, ਪਰ ਸ਼ਾਸਤਰਾਂ ਦਾ ਕੀ ਭਰੋਸਾ ਹੈ? ਤੁਹਾਨੂੰ ਕੁਝ ਵੀ ਤਾਂ ਪਤਾ ਨਹੀਂ, ਨਕਸ਼ਾ ਤੁਹਾਡੇ ਕੋਲ ਨਹੀਂ, ਸ਼ਕਲ ਸੂਰਤ ਉਹਦਾ ਕੁਝ ਪਤਾ ਨਹੀਂ, ਨਾਮ ਧਾਮ ਕੁਝ ਪਤਾ ਨਹੀਂ, ਬਸ ਤੁਸੀਂ ਸੁਣਦੇ ਹੋ ਕਿ ਆਤਮਾ ਹੈ। ਅਜਿਹੀ ਆਤਮਾ ਦੇ ਹੋਣ ਜਾਂ ਨਾ ਹੋਣ ਦਾ ਕੋਈ ਵੀ ਅਰਥ ਨਹੀਂ ਹੈ। ਇਹ ਸੂਤਰ ਕਹਿੰਦਾ ਹੈ ਜੋ ਤੁਹਾਡੇ ਅੰਦਰ ਹੈ ਸਿਰਫ ਉਸੇ ਦੀ ਇੱਛਾ ਕਰੋ, ਕਿਉਂਕਿ ਇੱਧਰ ਉੱਧਰ ਦੀ ਇੱਛਾ 'ਚ ਸਮਾਂ ਤੇ ਜੀਵਨ ਊਰਜਾ ਕਿਉਂ ਬਰਬਾਦ ਕੀਤੀ ਜਾਏ? ਕਿਉਂਕਿ ਪਾ ਵੀ ਲਿਆ ਜਾਏ ਤਦ ਵੀ ਖੋ ਜਾਂਦਾ, ਸਾਰੀ ਮਿਹਨਤ ਵਿਅਰਥ ਹੋ ਜਾਂਦੀ ਹੈ। ਪਾਣੀ ਉੱਤੇ ਖਿੱਚੀਆਂ ਲਕੀਰਾਂ ਦੀ ਤਰ੍ਹਾਂ ਅਸੀਂ ਖਿੱਚ ਵੀ ਨਹੀਂ ਪਾਉਂਦੇ ਤੇ ਉਹ ਮਿਟ ਜਾਂਦੀਆਂ। ਐਨ ਉਵੇਂ ਸਾਡੀ ਸਾਰੀ ਸੰਪਦਾ ਹੈ, ਅਸੀਂ ਹਾਸਲ ਵੀ ਨਹੀਂ ਕਰ ਪਾਉਂਦੇ ਕਿ ਸਭ ਖੋਟਾ, ਸਭ ਖੋਣਾ ਸ਼ੁਰੂ ਹੋ ਜਾਂਦਾ ਹੈ। ਇੱਛਾ ਹੀ ਕਰਨੀ ਹੈ ਤਾਂ ਉਹਦੀ ਇੱਛਾ ਕਰੋ ਜੋ ਪਾਣੀ ਉੱਤੇ ਖਿੱਚੀ ਲਕੀਰ ਸਾਬਤ ਨਾ ਹੋਵੇ, ਤੇ ਉਹ ਸੰਪਤੀ ਤੁਹਾਡੇ ਅੰਦਰ ਹੈ। ਉਸ ਸੰਪਤੀ ਨੂੰ ਲੈ ਕੇ ਹੀ ਪੈਦਾ ਹੁੰਦਾ ਹੈ ਬੰਦਾ। ਇਸ ਵਜੂਦ ਵਿੱਚ ਕੋਈ ਵੀ ਗਰੀਬ ਨਹੀਂ ਹੈ। ਵਜੂਦ ਸਭ ਨੂੰ ਸਮਰਾਟ ਦੀ ਤਰ੍ਹਾਂ ਪੈਦਾ ਕਰਦਾ ਹੈ। ਗਰੀਬ ਅਸੀਂ ਆਪਣੇ ਹੱਥੀ ਹੋ ਜਾਂਦੇ ਹਾਂ। ਗਰੀਬੀ ਕਮਾਈ ਗਈ ਚੀਜ਼ ਹੈ। ਬੜੀ ਮਿਹਨਤ ਨਾਲ ਅਸੀਂ ਗਰੀਬੀ ਨੂੰ ਕਮਾਉਂਦੇ ਹਾਂ। ਸੰਪਦਾ ਲੈ ਕੇ ਪੈਦਾ ਹੁੰਦੇ ਹਾਂ। ਸਾਮਰਾਜ ਸਾਡੇ ਭਾਗਾਂ ਵਿੱਚ ਹੀ ਲਿਖਿਆ ਹੁੰਦਾ ਹੈ, ਉਹ ਸਾਡੇ ਅੰਦਰ ਹੀ ਛੁਪਿਆ ਹੁੰਦਾ ਹੈ, ਪਰ ਜੋ ਸਾਡੇ ਅੰਦਰ ਛੁਪਿਆ ਉਹਨੂੰ ਪਾਉਣਾ ਪੈਂਦਾ ਹੈ, ਕਿਉਂਕਿ ਉਹਦਾ ਚੇਤਾ ਵਿਸਰਿਆ ਹੋਇਆ ਹੈ, ਕਿਉਂਕਿ ਸਾਨੂੰ ਉਹਦੀ ਕੋਈ ਯਾਦਾਸ਼ਤ ਨਹੀਂ ਹੈ। ਜਾਣ ਬੁੱਝ ਕੇ ਆਪਣੇ ਮਨ ਨੂੰ ਅਜਿਹੇ ਰਾਹਾਂ ਤੇ ਲੈ ਗਏ ਹਾਂ ਜਿੱਥੇ ਉਹਦਾ ਵਿਸਰਨਾ ਹੋ ਗਿਆ ਹੈ। ਸਾਡਾ ਧਿਆਨ ਬਾਹਰ ਚਲਾ ਗਿਆ ਹੈ। ਧਿਆਨ ਨੂੰ ਅੰਦਰ ਲਿਆਉਣ ਦਾ ਰਾਹ ਅਸੀਂ ਭੁੱਲ ਗਏ ਹਾਂ। ਬਾਹਰ ਜਾਣ ਦਾ ਕਾਰਨ ਹੈ, ਕਿਸੇ ਪਾਪ ਦੇ ਕਾਰਨ ਅਜਿਹਾ ਨਹੀਂ ਹੋ ਗਿਆ ਕਿ ਧਿਆਨ ਬਾਹਰ ਚਲਾ ਗਿਆ। ਧਿਆਨ ਬਾਹਰ ਜਾਣ ਦਾ ਕੁਦਰਤੀ ਕਾਰਨ ਹੈ, ਕਿਉਂਕਿ ਜੀਵਨ ਦੀ ਸੁਰੱਖਿਆ ਦੇ ਲਈ ਧਿਆਨ ਦਾ ਬਾਹਰ ਜਾਣਾ ਜ਼ਰੂਰੀ ਹੈ। ਜੇਕਰ ਬੱਚਾ ਧਿਆਨ ਅੰਦਰ ਲਈ ਹੋਇਆ ਪੈਦਾ ਹੋਵੇ ਤਾਂ ਜਿਉਂਦਾ ਨਹੀਂ ਰਹਿ ਸਕੇਗਾ। ਬੱਚੇ ਦਾ ਧਿਆਨ ਬਾਹਰ ਜਾਣਾ ਜ਼ਰੂਰੀ ਹੈ, ਕਿਉਂਕਿ ਸਰੀਰ ਦੇ ਲਈ, ਵਜੂਦ ਦੇ ਲਈ, ਬਚਾਅ ਦੇ ਲਈ, ਸੁਰੱਖਿਆ ਦੇ ਲਈ ਉਹਨੂੰ ਚੁਕੰਨਾ ਹੋਣਾ ਜ਼ਰੂਰੀ ਹੈ। ਭੁੱਖ ਲੱਗੇਗੀ ਤਾਂ ਭੋਜਨ ਅੰਦਰ ਨਹੀਂ ਮਿਲੇਗਾ, ਭੋਜਨ ਬਾਹਰ ਮਿਲੇਗਾ। ਸੋ ਭੁੱਖ ਲੱਗੇਗੀ ਤਾਂ ਬੱਚੇ ਦਾ ਧਿਆਨ ਬਾਹਰ ਜਾਏਗਾ ਜਿੱਥੋਂ ਭੋਜਨ ਮਿਲੇਗਾ। ਇਸੇ ਲਈ ਤੁਹਾਨੂੰ ਖਿਆਲ ਹੋਵੇ ਨਾ ਹੋਵੇ, ਇਸਤਰੀ ਦੀ ਹਿੱਕ ਪੁਰਸ਼ਾਂ ਨੂੰ ਭਾਵੇਂ ਬੁੱਢੇ ਵੀ ਹੋ ਜਾਣ ਤਾਂ ਵੀ ਖਿੱਚ ਭਰਪੂਰ ਜਾਪੇਗੀ। ਉਹ ਬਚਪਨ ਦਾ ਪਹਿਲਾ ਅਹਿਸਾਸ ਹੈ ਜੋ ਮਿਟਦਾ ਨਹੀਂ। ਬੱਚੇ ਨੇ ਪਹਿਲਾ ਜੋ ਸੰਬੰਧ ਬਣਾਇਆ ਜਗਤ ਨਾਲ, ਉਹ ਇਸਤਰੀ ਦੀ ਹਿੱਕ ਤੋਂ ਬਣਾਇਆ। ਜੀਵਨ ਦੀ ਸੁਰੱਖਿਆ ਦਾ ਪਹਿਲਾ ਆਧਾਰ ਇਸਤਰੀ ਹਿੱਕ ਤੋਂ ਮਿਲਿਆ।
ਉਹ ਦੁੱਧੀ ਬੱਚੇ ਦੇ ਲਈ ਪਹਿਲਾ ਜਗਤ ਸੀ ਤੇ ਜੋ ਪਹਿਲੀ ਛੋਹ ਹੈ ਬਾਹਰ ਦੀ ਦੁਨੀਆ ਨਾਲ, ਤੇ ਜੋ ਪਿਆਰੀ ਛੋਹ ਹੈ ਜਿਸ ਤੋਂ ਜੀਵਨ ਵਧਿਆ, ਵਿਕਸਿਤ ਹੋਇਆ, ਬਚਿਆ, ਉਹ ਦੁੱਧ ਹੈ। ਇਸ ਲਈ ਪੁਰਸ਼ ਬੁੱਢਾ ਵੀ ਹੋ ਜਾਏ ਤਾਂ ਵੀ ਇਸਤਰੀ ਦੀ ਹਿੱਕ ਨਾਲ ਉਹਦਾ ਲਗਾਵ ਨਹੀਂ ਛੁੱਟਦਾ। ਫਿਲਮਾਂ ਹੋਣ, ਤਸਵੀਰਾਂ ਹੋਣ, ਮੂਰਤੀਆਂ ਹੋਣ, ਪੁਰਸ਼ ਇਸਤਰੀ ਦੀ ਹਿੱਕ ਨੂੰ ਬੜੇ ਧਿਆਨ ਨਾਲ ਬਣਾਉਂਦਾ ਹੈ। ਉਹ ਬਚਪਨ ਦੀ ਯਾਦ ਹੈ ਜਿਹੜੀ ਮਿਟਦੀ ਨਹੀਂ, ਤੇ ਜਿਸ ਦਿਨ ਮਿਟ ਜਾਏ ਸਮਝ ਲੈਣਾ ਉਸ ਦਿਨ ਹੀ ਤੁਸੀਂ ਸੰਸਾਰ ਤੋਂ ਮੁਕਤ ਹੋ ਗਏ। ਉਹ ਤੁਹਾਡਾ ਪਹਿਲਾ ਸੰਸਾਰ ਹੈ, ਉੱਥੋਂ ਤੋਂ ਸੰਸਾਰ ਸ਼ੁਰੂ ਹੋਇਆ ਹੈ, ਉਸ ਸੰਸਾਰ ਦੀ ਪਹਿਲੀ ਬੁਨਿਆਦ ਹੈ। ਸੋ ਬੱਚੇ ਨੂੰ ਭੁੱਖ ਲੱਗੇਗੀ ਤਾਂ ਧਿਆਨ ਬਾਹਰ ਜਾਏਗਾ, ਪਿਆਸ ਲੱਗੇਗੀ ਤਾਂ ਧਿਆਨ ਬਾਹਰ ਜਾਏਗਾ, ਜ਼ਰੂਰਤਾਂ ਪੂਰੀਆਂ ਹੋਣਗੀਆਂ ਬਾਹਰ ਤੋਂ। ਆਤਮਾ ਕੋਈ ਜ਼ਰੂਰਤ ਨਹੀਂ ਹੈ, ਇਸ ਲਈ ਉਹਦਾ ਚੇਤਾ ਖੋ ਜਾਂਦਾ ਹੈ। ਜਿਹਦੀ ਲੋੜ ਹੈ ਉਹਦੀ ਯਾਦ ਬਣੀ ਰਹਿੰਦੀ ਹੈ। ਤੁਹਾਨੂੰ ਖਿਆਲ ਹੋਏਗਾ ਕਿ ਜੇ ਪੈਰ 'ਚ ਕੰਡਾ ਚੁੱਭ ਜਾਏ ਤਾਂ ਪਤਾ ਲੱਗਦਾ ਹੈ ਕਿ ਪੈਰ ਹੈ। ਸਿਰ 'ਚ ਪੀੜ ਨਾ ਹੋਵੇ ਤਾਂ ਤੁਹਾਨੂੰ ਸਿਰ ਦਾ ਪਤਾ ਹੀ ਨਹੀਂ ਲੱਗਦਾ। ਜੇ ਪਤਾ ਲੱਗੇ ਤਾਂ ਸਮਝਣਾ ਕਿ ਪੀੜ ਹੈ। ਬਿਨਾਂ ਪੀੜ ਦੇ ਸਿਰ ਦਾ ਕੋਈ ਪਤਾ ਨਹੀਂ ਲੱਗਦਾ। ਸਰੀਰ ਦਾ ਪਤਾ ਹੀ ਬਿਮਾਰ ਬੰਦੇ ਨੂੰ ਲੱਗਦਾ ਹੈ, ਤੰਦਰੁਸਤ ਨੂੰ ਪਤਾ ਨਹੀਂ ਲੱਗਦਾ। ਤੰਦਰੁਸਤੀ ਦੀ ਪਰਿਭਾਸ਼ਾ ਹੀ ਇਹੀ ਹੈ। ਵਿਦੇਹ ਸਵਾਸਥ ਦੀ ਪਰਿਭਾਸ਼ਾ, ਜਿੱਥੇ ਦੇਹ ਦਾ ਪਤਾ ਨਾ ਲੱਗਦਾ ਹੋਵੇ ਤਾਂ ਹੀ ਤੁਸੀਂ ਤੰਦਰੁਸਤ ਹੋ। ਜੇਕਰ ਦੇਹ ਦਾ ਪਤਾ ਲੱਗਦਾ ਹੋਵੇ ਤਾਂ ਉਹਦਾ ਮਤਲਬ ਹੈ ਦੇਹ ਰੋਗੀ ਹੈ। ਰੋਗ 'ਚ ਪਤਾ ਲੱਗਦਾ ਹੈ ਕਿਉਂਕਿ ਰੋਗ 'ਚ ਲੋੜ ਪੈਦਾ ਹੋ ਜਾਂਦੀ ਹੈ, ਧਿਆਨ ਦਾ ਜਾਣਾ ਜ਼ਰੂਰੀ ਹੋ ਜਾਂਦਾ ਹੈ। ਜਦ ਪੈਰ 'ਚ ਕੰਡਾ ਚੁਭਿਆ ਤਾਂ ਪੂਰੇ ਸਰੀਰ ਦੀ ਜ਼ਰੂਰਤ ਹਟ ਗਈ। ਇੱਕ ਪਾਸੇ ਤੇ ਕੰਡੇ ਨੂੰ ਵੱਖ ਕਰਨਾ ਪਹਿਲੀ ਜ਼ਰੂਰਤ ਬਣ ਗਈ ਤਾਂ ਸਾਰਾ ਧਿਆਨ ਕੰਡੇ ਵੱਲ ਜਾਏਗਾ, ਤਦੇ ਤਾਂ ਕੰਡਾ ਨਿਕਲੇਗਾ। ਜੇ ਧਿਆਨ ਨਾ ਜਾਵੇ ਤਾਂ ਕੰਡਾ ਚੁਭਿਆ ਹੀ ਰਹੇਗਾ, ਜ਼ਹਿਰਵਾਦ ਹੋ ਜਾਏਗਾ। ਸਿਰ 'ਚ ਪੀੜ ਹੈ ਤਾਂ ਸਾਰਾ ਧਿਆਨ ਸਿਰ ਵੱਲ ਜਾਏਗਾ। ਇਸੇ ਲਈ ਤਾਂ ਇਲਾਜ ਸ਼ਾਸਤਰ ਨੇ ਅਜਿਹੀਆਂ ਤਰਕੀਬਾਂ ਕੱਢੀਆਂ ਹਨ ਕਿ ਤੁਹਾਡੇ ਸਿਰ 'ਚ ਪੀੜ ਵੀ ਹੋਵੇ ਤਾਂ ਤੁਹਾਨੂੰ ਇੱਕ ਗੋਲੀ ਦੇ ਦੇਣ ਨਾਲ ਪੀੜ ਨਹੀਂ ਮਿਟਦੀ, ਲੇਕਿਨ ਪੀੜ ਤੱਕ ਧਿਆਨ ਜਾਣ ਦੀ ਜੋ ਵਿਵਸਥਾ ਸੀ ਉਹ ਟੁੱਟ ਜਾਂਦੀ ਹੈ। ਫਿਰ ਤੁਹਾਨੂੰ ਪੀੜ ਦਾ ਪਤਾ ਨਹੀਂ ਲੱਗਦਾ। ਪੀੜ ਗੋਲੀ ਨਾਲ ਮਿਟੀ, ਗੋਲੀ ਤਾਂ ਸਿਰਫ ਭੁਲਾਵਾ ਹੈ। ਪੀੜ ਤੱਕ ਤੁਹਾਡਾ ਧਿਆਨ ਜਾਣ ਦੀ ਜੋ ਪ੍ਰਕਿਰਿਆ ਹੈ ਉਹਨੂੰ ਤੋੜ ਦਿੰਦੀ ਹੈ, ਵਿਚਕਾਰਲੀਆਂ ਨਸਾਂ ਨੂੰ ਢਿੱਲਿਆਂ ਕਰ ਦਿੰਦੀ ਹੈ। ਉੱਥੋਂ ਤੋਂ ਖਬਰ ਨਹੀਂ ਆ ਸਕਦੀ ਤਾਂ ਫਿਰ ਆਪਰੇਸ਼ਨ 'ਚ ਤੁਹਾਡਾ ਪੈਰ ਵੀ ਕੱਟ ਸੁੱਟਿਆ ਜਾਏਗਾ। ਤੁਹਾਨੂੰ ਪਤਾ ਨਹੀਂ ਲੱਗਦਾ। ਇੱਕ ਇੰਜੈਕਸ਼ਨ ਲਗਾ ਦਿੱਤਾ ਤਾਂ ਇੰਜੈਕਸ਼ਨ ਤੁਹਾਡੇ ਦਰਦ ਨੂੰ ਨਹੀਂ ਰੋਕਦਾ, ਦਰਦ ਤਾਂ ਹੋਏਗਾ ਹੀ, ਪਰ ਦਰਦ ਤੱਕ ਧਿਆਨ ਨੂੰ ਨਹੀਂ ਜਾਣ ਦਿੰਦਾ। ਇਸ ਲਈ ਦਰਦ ਦਾ ਕੋਈ ਪਤਾ ਨਹੀਂ ਲੱਗਦਾ। ਤੁਹਾਡੇ ਪੂਰੇ ਸਰੀਰ ਨੂੰ ਕੱਟਿਆ ਜਾ ਸਕਦਾ ਹੈ, ਤੁਹਾਨੂੰ ਪਤਾ ਵੀ ਨਾ ਲੱਗੇ। ਬਸ ਪਤਾ ਲੱਗਣ ਦਾ ਇੱਕ ਹੀ ਉਪਾਅ ਹੈ ਕਿ ਧਿਆਨ ਜਾਣਾ ਚਾਹੀਦਾ ਤੇ ਧਿਆਨ ਜਾਏਗਾ। ਜਿੱਥੇ ਵੀ ਪੀੜ ਹੋਏਗੀ ਉੱਥੇ ਧਿਆਨ ਜਾਏਗਾ। ਆਤਮਾ 'ਚ ਕੋਈ ਪੀੜ ਨਹੀਂ ਹੈ, ਇਸ ਲਈ ਧਿਆਨ ਜਾਣ ਦਾ ਕੋਈ ਉਪਾਅ ਨਹੀਂ ਹੈ। ਆਤਮਾ ਵਿੱਚ ਸਦਾ ਆਨੰਦ ਹੈ, ਇਸ ਲਈ ਧਿਆਨ ਨੂੰ ਬੁਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਸਰੀਰ 'ਚ ਸਦਾ ਉਪੱਦਰ ਹੈ, ਕਿਤੇ ਨਾ ਕਿਤੇ ਕੋਈ ਮੁਸੀਬਤ ਹੈ। ਸਰੀਰ ਵੱਡਾ ਯੰਤਰ ਹੈ, ਜਟਿਲ ਹੈ ਬਹੁਤ। ਪ੍ਰਿਥਵੀ ਉੱਤੇ ਹੁਣ ਤੱਕ ਅਸੀਂ ਕੋਈ ਅਜਿਹਾ ਯੰਤਰ ਨਹੀਂ ਬਣਾ ਸਕੇ ਜੋ ਸਰੀਰ ਤੋਂ ਵੱਧ ਜਟਿਲ ਹੋਵੇ। ਵਿਗਿਆਨਕ ਕਹਿੰਦੇ ਆ ਕਿ ਇੱਕ ਬੰਦੇ ਦੇ ਸਧਾਰਨ ਸਰੀਰ ਵਿੱਚ ਜੋ ਘਟਨਾ ਵਾਪਰ ਰਹੀ ਹੈ, ਜੇ ਉਨੀ ਘਟਨਾ ਅਸੀਂ ਵਰਤਾਉਣੀ ਹੋਵੇ ਤਾਂ ਘੱਟੋ ਘੱਟ 10 ਵਰਗ ਮੀਲ ਦੀ ਫੈਕਟਰੀ ਬਣਾਉਣੀ ਪਏਗੀ। ਇੰਨਾ ਉਪੱਦਰ ਤੇ ਸ਼ੋਰ ਸ਼ਰਾਬਾ ਮਚੇ ਉਸ ਫੈਕਟਰੀ 'ਚ ਜਿਹਦੀ ਸੀਮਾ ਨਹੀਂ। ਬੰਦੇ ਦੇ ਅੰਦਰ ਇਹ ਸਭ ਚੁੱਪਚਾਪ ਹੋ ਰਿਹਾ ਹੈ। ਆਦਮੀ ਇੱਕ ਬਹੁਤ ਵੱਡੀ ਘਟਨਾ ਹੈ। ਉਹਦੇ ਸਰੀਰ ਵਿੱਚ, ਇੱਕ ਬੰਦੇ ਦੇ ਸਰੀਰ 'ਚ ਕੋਈ 7 ਅਰਬ ਜੀਵਾਣੂ ਹਨ। ਉਹਨਾਂ 7 ਅਰਬ ਜੀਵਾਣੂਆਂ ਦੀ ਭੀੜ ਹੈ ਤੁਹਾਡਾ ਸਰੀਰ। ਉਹਨਾਂ 7 ਅਰਬ ਜੀਵਾਣੂਆਂ ਦਾ ਸਮਾਜ ਹੈ, ਉਹਨਾਂ ਦਾ ਵਿਵਸਥਾ ਹੈ। ਉਹਨਾਂ ਦੀ ਵਿਵਸਥਾ ਬੜੀ ਨਿਆਰੀ ਹੈ। ਹੁਣ ਤੱਕ ਆਦਮੀ ਇਸ ਤਰ੍ਹਾਂ ਦੀ ਕੋਈ ਵਿਵਸਥਾ ਨਹੀਂ ਬਣਾ ਸਕਿਆ। ਸਾਡੇ ਵੱਡੇ ਤੋਂ ਵੱਡੇ ਰਾਜ ਵੀ ਉਹਨੇ ਵਿਵਸਥਿਤ ਨਹੀਂ ਹਨ ਜਿੰਨੇ ਵਿਵਸਥਿਤ ਅੰਦਰ ਦੇ 7 ਅਰਬ ਜੀਵਾਣੂ ਹਨ। ਤੁਹਾਨੂੰ ਖਿਆਲ ਨਹੀਂ ਹੈ ਕਿ ਉਹਨਾਂ ਦੇ ਕੰਮ ਦਾ। ਜੇਕਰ ਤੁਸੀਂ ਸਰੀਰ ਦੀ ਪੂਰੀ ਕੰਮ ਪ੍ਰਕਿਰਿਆ ਨੂੰ ਸਮਝੋ ਤਾਂ ਹੈਰਾਨ ਹੋ ਜਾਓਗੇ। ਜ਼ਰਾ ਜਿੰਨੀ ਸੱਟ ਲੱਗਦੀ ਹੈ ਕੰਮ ਸ਼ੁਰੂ ਹੋ ਜਾਂਦਾ ਹੈ। ਭੋਜਨ ਤੁਸੀਂ ਜ਼ਰਾ ਕੁ ਪੇਟ 'ਚ ਪਾ ਲੈਂਦੇ ਹੋ, ਕੰਮ ਸ਼ੁਰੂ ਹੋ ਜਾਂਦਾ ਹੈ। ਤੁਸੀਂ ਕੁਝ ਵੀ ਨਹੀਂ ਕਰਦੇ ਤਾਂ ਵੀ ਤੁਹਾਡੇ ਅੰਦਰ ਦਾ ਵੱਡਾ ਯੰਤਰ ਕੰਮ 'ਚ ਲੱਗਾ ਹੋਇਆ ਹੈ। ਜ਼ਰੂਰੀ ਹੈ ਕਿ ਇਸ ਜਟਲ ਯੰਤਰ ਵੱਲ ਜਿੱਥੇ ਵੀ ਜ਼ਰਾ ਜਿੰਨੀ ਵੀ ਉਲਝਣ ਹੋਵੇ ਫੌਰਨ ਧਿਆਨ ਜਾਵੇ। ਜੇ ਧਿਆਨ ਨਹੀਂ ਜਾਏਗਾ ਤਾਂ ਤੁਸੀਂ ਮਰ ਜਾਓਗੇ। ਸੋ ਬੱਚਾ ਜੇਕਰ ਅੰਦਰ ਦਾ ਧਿਆਨੀ ਪੈਦਾ ਹੋਏ ਤਾਂ ਬਚ ਨਹੀਂ ਸਕਦਾ। ਇਸੇ ਲਈ ਅਸੀਂ ਕਹਿੰਦੇ ਹਾਂ ਕਿ ਜਿਹੜੇ ਪਰਮ ਧਿਆਨ ਨੂੰ ਪਹੁੰਚ ਜਾਂਦੇ ਹੈ ਉਹਨਾਂ ਦਾ ਫਿਰ ਜਨਮ ਨਹੀਂ ਹੋ ਸਕਦਾ। ਉਹਦਾ ਕਾਰਨ ਵੀ ਹੈ,
ਜਨਮ ਹੋ ਵੀ ਨਹੀਂ ਸਕਦਾ, ਕਿਉਂਕਿ ਜੋ ਪਰਮ ਧਿਆਨ ਨੂੰ ਪਹੁੰਚ ਜਾਂਦਾ ਹੈ ਉਹਦੀ ਲੀਨਤਾ ਅੰਦਰ ਹੋ ਜਾਂਦੀ ਹੈ। ਅੰਦਰ ਲੀਨਤਾ ਹੋਣ ਨਾਲ ਨਵੇਂ ਸਰੀਰ ਨਾਲ ਸੰਬੰਧ ਹੀ ਨਹੀਂ ਬਣਦਾ। ਸੰਬੰਧ ਬਣ ਵੀ ਜਾਏ ਤਾਂ ਬੱਚਾ ਜੀ ਨਹੀਂ ਸਕਦਾ, ਕਿਉਂਕਿ ਬਾਹਰ ਦੀ ਜ਼ਰੂਰਤ ਮੰਗ ਉਹ ਪੂਰੀ ਨਹੀਂ ਕਰ ਸਕੇਗਾ। ਬਾਹਰ ਦੀ ਚੁਣੌਤੀ ਦਾ ਮੁਕਾਬਲਾ ਨਹੀਂ ਕਰ ਪਾਏਗਾ। ਸਰੀਰ ਦੀ ਜ਼ਰੂਰਤ ਹੈ, ਜੀਵਨ ਦੀ ਜ਼ਰੂਰਤ ਹੈ ਕਿ ਧਿਆਨ ਬਾਹਰ ਜਾਵੇ। ਤੇ ਸਰੀਰ 'ਚ ਇੰਨੀਆਂ ਪੀੜਾਵਾਂ ਹਨ, ਇੰਨੀਆਂ ਜਟਿਲਤਾਵਾਂ ਹਨ ਕਿ ਧਿਆਨ ਦੀ ਪੁਕਾਰ ਲਗਾਤਾਰ ਉੱਥੇ ਬਣੀ ਰਹਿੰਦੀ ਹੈ। ਇਸ ਲਈ ਸਾਨੂੰ ਸਰੀਰ ਦਾ ਤਾਂ ਪਤਾ ਲੱਗਦਾ ਹੈ, ਇੰਦਰੀਆਂ ਦਾ ਪਤਾ ਲੱਗਦਾ ਹੈ, ਸੰਸਾਰ ਦਾ ਪਤਾ ਲੱਗਦਾ ਹੈ, ਸਿਰਫ ਇੱਕ ਦਾ ਪਤਾ ਨਹੀਂ ਲੱਗਦਾ, ਉਹ ਜੋ ਅਸੀਂ ਹਾਂ। ਕਿਉਂਕਿ ਇੱਕ ਤਾਂ ਉੱਥੇ ਕੋਈ ਪੀੜ ਨਹੀਂ ਹੈ, ਉੱਥੇ ਕਦੇ ਕੋਈ ਪੀੜ ਨਹੀਂ ਹੋਈ ਤੇ ਕਦੀ ਕੋਈ ਪੀੜ ਉੱਥੇ ਹੋ ਨਹੀਂ ਸਕਦੀ। ਇਹ ਤੋਂ ਤੁਸੀਂ ਸਮਝੋ ਆਦਮੀ ਦਾ ਆਤਮ ਵਿਸਰਨ ਕਿਉਂ ਹੈ। ਆਤਮ ਵਿਸਰਨ ਇਸ ਲਈ ਹੈ ਕਿ ਆਤਮ ਚੇਤੇ ਦੀ ਕੋਈ ਜ਼ਰੂਰਤ ਨਹੀਂ ਭਾਸਦੀ। ਜਿਨ੍ਹਾਂ ਨੂੰ ਆਤਮ ਚੇਤੇ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਉਸੇ ਵੇਲੇ ਆਤਮ ਚੇਤੇ ਨੂੰ ਪਹੁੰਚ ਜਾਂਦੇ ਹੈ। ਕਿਹਨਾਂ ਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਇਹ ਵੀ ਜ਼ਰਾ ਸਮਝ ਲਓ। ਕਿਹਨਾਂ ਵਿਅਕਤੀਆਂ ਨੂੰ ਜੀਵਨ 'ਚ ਜ਼ਰੂਰਤ ਪੈਦਾ ਹੁੰਦੀ ਹੈ ਆਤਮ ਚੇਤੇ ਦੀ, ਸਰੀਰ ਦੇ ਚੇਤੇ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ, ਉਸ ਵੇਲੇ ਆਤਮ ਚੇਤੇ ਨੂੰ ਪਹੁੰਚ ਜਾਂਦੇ ਹੈ। ਕਿਹਨਾਂ ਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ? ਕਿਹਨਾਂ ਵਿਅਕਤੀਆਂ ਨੂੰ ਜੀਵਨ 'ਚ ਜ਼ਰੂਰਤ ਪੈਦਾ ਹੁੰਦੀ ਹੈ ਆਤਮ ਚੇਤੇ ਦੀ? ਸਰੀਰ ਦੇ ਚੇਤੇ ਦੀ ਜ਼ਰੂਰਤ ਸਭ ਦੇ ਜੀਵਨ ਵਿੱਚ ਹੈ, ਪਰ ਉਹ ਥੋੜੇ ਜਿਹੇ ਲੋਕ ਹਨ ਜਿਨ੍ਹਾਂ ਦੇ ਜੀਵਨ 'ਚ ਆਤਮ ਚੇਤੇ ਦੀ ਜ਼ਰੂਰਤ ਪੈਦਾ ਹੁੰਦੀ ਹੈ। ਉਹ ਕਦੋਂ ਪੈਦਾ ਹੁੰਦੀ ਹੈ? ਉਹ ਤਦ ਪੈਦਾ ਹੁੰਦੀ ਹੈ ਜਦ ਸਰੀਰ ਦੇ ਸਾਰੇ ਅਨੁਭਵਾਂ ਵਿੱਚੋਂ ਲੰਘ ਚੁੱਕਣ ਪਿੱਛੋਂ ਇਹ ਖਿਆਲ 'ਚ ਆਉਂਦਾ ਹੈ ਕਿ ਭਾਵੇਂ ਇਹ ਜਿਹੋ ਜਿਹਾ ਇੰਤਜ਼ਾਮ ਕਰ ਲਓ, ਸਰੀਰ 'ਚ ਦੁੱਖ ਬਣਿਆ ਹੀ ਰਹੇਗਾ। ਭਾਵੇਂ ਉਪਾਅ ਕੁਝ ਵੀ ਕਰੋ, ਬਾਹਰ ਸੁੱਖ ਨੂੰ ਪਾਉਣ ਦੀ ਸਹੂਲਤ ਨਹੀਂ ਹੈ। ਕਿੰਨਾ ਹੀ ਆਯੋਜਨ ਕਰੋ ਸੰਸਾਰ 'ਚ ਬਾਹਰ ਵੱਲ ਨਜ਼ਰ ਰੱਖ ਕੇ, ਕਿਸੇ ਤਰ੍ਹਾਂ ਦੇ ਆਨੰਦ ਦੀ ਕੋਈ ਕਿਰਨ, ਕੋਈ ਸੁਰ ਸੁਣਾਈ ਨਹੀਂ ਪੈਂਦੀ। ਜਦ ਇਸ ਤਰ੍ਹਾਂ ਦੀ ਪ੍ਰਤੀਤੀ ਕਿਸੇ ਨੂੰ ਹੁੰਦੀ ਹੈ ਤਾਂ ਬਾਹਰ ਦਾ ਸਾਰਾ ਜੀਵਨ ਦੁੱਖ ਹੋ ਜਾਂਦਾ ਹੈ। ਧਿਆਨ ਰੱਖਣਾ, ਇੱਕ ਦੁੱਖ ਹੋਏਗਾ ਤਾਂ ਫਰਕ ਨਹੀਂ ਪਏਗਾ, ਕਿਉਂਕਿ ਦੂਜੇ ਸੁੱਖ ਦੀ ਆਸ ਬਣੀ ਰਹੇਗੀ। 10 ਦੁੱਖ ਹੋ ਜਾਣਗੇ ਤਾਂ 10 ਸੁੱਖਾਂ ਦੀ ਆਸ ਨਾਲ ਖੜੀ ਰਹੇਗੀ, ਤਾਂ ਅਸੀਂ ਬਾਹਰ ਦੌੜਦੇ ਰਹਾਂਗੇ। ਇੱਕ ਸੁੱਖ ਨੂੰ ਛੱਡ ਸਕਦੇ ਹਾਂ ਕਿਉਂਕਿ ਦੁੱਖ ਹੋ ਗਿਆ, ਦੂਜੇ ਸੁੱਖ ਦੀ ਭਾਲ ਕਰਨ ਲੱਗਾਂਗੇ। ਲੇਕਿਨ ਜਦ ਬਾਹਰ ਦਾ ਪੂਰਾ ਜੀਵਨ ਹੀ ਦੁੱਖ ਅਨੁਭਵ ਹੋ ਜਾਏਗਾ, ਇਸ ਲਈ ਬੁੱਧ ਨੇ ਕਿਹਾ ਹੈ ਕਿ ਜੀਵਨ ਦੁੱਖ ਹੈ। ਤੇ ਜਦ ਪੂਰਾ ਜੀਵਨ ਹੀ ਦੁੱਖ ਮਾਲੂਮ ਹੋਏਗਾ ਤਦ ਅਚਾਨਕ ਖਿਆਲ ਆਏਗਾ ਕਿ ਬਾਹਰ ਤਾਂ ਸਭ ਦੁੱਖ ਹੈ, ਤਾਂ ਮੈਂ ਅੰਦਰ ਦੀ ਖੋਜ ਕਰਕੇ ਦੇਖ ਲਵਾਂ ਕਿ ਉੱਥੇ ਕੀ ਹੈ। ਤੇ ਬਾਹਰ ਜਦ ਸਭ ਵਿਅਰਥ ਹੋ ਜਾਂਦਾ ਹੈ ਤਾਂ ਵਿਅਕਤੀ ਅੰਦਰ ਦੀ ਤਰਫ ਮੁੱਖ ਕਰਦਾ ਹੈ। ਬੱਚਾ ਤਾਂ ਪੈਦਾ ਹੁੰਦਾ ਹੈ ਬਾਹਰ ਵੱਲ ਮੂੰਹ ਕਰਕੇ, ਕਦੇ ਕਦਾਈ ਕੋਈ ਜੀਵਨ ਦੇ ਗਹਿਰੇ ਅਨੁਭਵ ਵਿੱਚੋਂ ਦੀ ਲੰਘ ਕੇ ਅੰਦਰ ਵੱਲ ਨੂੰ ਮੁੜਦਾ ਹੈ। ਅੰਦਰ ਵੱਲ ਮੁੱਖ ਕਰਨ ਦੇ ਲਈ ਹੀ ਇਹ ਸੂਤਰ ਹੈ। ਜੋ ਤੁਹਾਡੇ ਅੰਦਰ ਹੈ ਸਿਰਫ ਉਸੇ ਦੀ ਇੱਛਾ ਕਰੋ, ਤਾਂ ਹੀ ਪਰਮ ਆਨੰਦ ਹੈ, ਤਾਂ ਪਰਮ ਮੁਕਤੀ ਹੈ, ਸੰਭਾਵਨਾ ਹੈ। ਜੋ ਤੁਹਾਡੇ ਅੰਦਰ ਹੈ ਉਹਦੀ ਇੱਛਾ ਕਰੋ। ਲੇਕਿਨ ਅਸੀਂ ਤਾਂ ਜੇ ਅੰਦਰ ਦੀ ਵੀ ਇੱਛਾ ਕਰਦੇ ਹਾਂ ਤਾਂ ਉਹ ਵੀ ਨਾਮ ਮਾਤਰ ਨੂੰ ਹੀ ਅੰਦਰ ਦੀ ਹੁੰਦੀ ਹੈ, ਉਹ ਵੀ ਬਾਹਰ ਦੀ ਹੁੰਦੀ ਹੈ। ਮੇਰੇ ਕੋਲ ਲੋਕ ਆਉਂਦੇ ਹੈ, ਕਹਿੰਦੇ ਹੈ ਕਿ ਜੇ ਅਸੀਂ ਧਿਆਨ ਕਰੀਏ ਤਾਂ ਕੀ ਸੁੱਖ ਸੰਪਦਾ ਵਧੇਗੀ। ਮੇਰੇ ਕੋਲ ਲੋਕ ਆਉਂਦੇ ਹੈ, ਉਹ ਕਹਿੰਦੇ ਹਨ ਕਿ ਜੇ ਅਸੀਂ ਧਿਆਨ ਕਰੀਏ ਤਾਂ ਕੀ ਸੰਸਾਰ 'ਚ ਸਫਲਤਾ ਮਿਲੇਗੀ। ਉਹਨਾਂ ਨੂੰ ਪਤਾ ਹੀ ਨਹੀਂ ਉਹ ਕਹਿ ਕੀ ਰਹੇ ਹੈ। ਧਿਆਨ ਦਾ ਮਤਲਬ ਹੀ ਹੈ ਕਿ ਸੰਸਾਰ ਹੁਣ ਅਸਫਲ ਹੋ ਗਿਆ, ਉੱਥੇ ਕੋਈ ਸਫਲਤਾ ਹੈ ਹੀ ਨਹੀਂ। ਇਸ ਗੱਲ ਦੀ ਪ੍ਰਤੀਤੀ ਧਿਆਨ ਦਾ ਆਰੰਭ ਹੈ। ਧਿਆਨ ਦਾ ਆਰੰਭ ਤਾਂ ਹੁੰਦਾ ਹੀ ਤਦ ਹੈ ਜਦ ਬਾਹਰ ਦਾ ਪਤਾ ਲੱਗ ਜਾਂਦਾ ਹੈ ਕਿ ਬਾਹਰ ਸੰਪਦਾ ਹੈ ਹੀ ਨਹੀਂ, ਉੱਥੇ ਸਿਰਫ ਸੰਪਦਾ ਦਾ ਭਰਮ ਹੈ। ਜਦ ਕਿਸੇ ਦਾ ਭਰਮ ਟੁੱਟ ਜਾਂਦਾ ਹੈ ਤਾਂ ਧਿਆਨ ਦਾ ਸਵਾਲ ਉੱਠਦਾ ਹੈ, ਲੇਕਿਨ ਭਰਮ ਟੁੱਟਿਆ ਨਹੀਂ ਹੈ। ਬਾਹਰ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਲਈ ਹੈ ਤੇ ਸੰਪਦਾ ਨਹੀਂ ਮਿਲੀ, ਪਰ ਬਾਹਰ ਸੰਪਦਾ ਹੈ, ਇਹ ਪੱਕਾ ਹੈ। ਹੁਣ ਸੋਚਦੇ ਹਾਂ ਕਿ ਸ਼ਾਇਦ ਧਿਆਨ ਨਾਲ ਬਾਹਰ ਸੰਪਦਾ ਮਿਲ ਜਾਏ ਤਾਂ ਚਲੋ ਧਿਆਨ ਕਰ ਲਈਏ। ਪਰ ਧਿਆਨ ਨਾਲ ਕੋਈ ਸਰੋਕਾਰ ਨਹੀਂ ਹੈ, ਸਰੋਕਾਰ ਸੰਪਦਾ ਨਾਲ ਹੈ। ਜਦ ਤੱਕ ਸਰੋਕਾਰ ਬਾਹਰ ਹੈ ਤਦ ਤੱਕ ਇੱਛਾ ਬਾਹਰ ਹੈ, ਤਦ ਤੱਕ ਕੋਈ ਅਧਿਆਤਮ ਦੀ ਯਾਤਰਾ 'ਚ ਵੱਧ ਨਹੀਂ ਸਕਦਾ। ਇਸ ਲਈ ਇਸ ਸੂਤਰ ਨੂੰ ਬਹੁਤ ਖਿਆਲ 'ਚ ਰੱਖ ਲੈਣਾ, ਜੋ ਤੁਹਾਡੇ ਅੰਦਰ ਹੈ ਸਿਰਫ ਉਸੇ ਦੀ ਇੱਛਾ ਕਰੋ, ਕਿਉਂਕਿ ਤੁਹਾਡੇ ਅੰਦਰ ਕੁੱਲ ਸੰਸਾਰ ਦਾ ਪ੍ਰਕਾਸ਼ ਹੈ। ਉਹੀ ਪ੍ਰਕਾਸ਼ ਜੋ ਸਾਧਨਾ ਪਥ ਨੂੰ ਰੁਸ਼ਨਾਉਂਦਾ ਹੈ। ਜੇ ਤੁਸੀਂ ਉਹਨੂੰ ਆਪਣੇ ਅੰਦਰ ਨਹੀਂ ਦੇਖ ਸਕਦੇ ਤਾਂ ਉਹਨੂੰ ਕਿਤੇ ਹੋਰ ਲੱਭਣਾ ਵਿਅਰਥ ਹੈ।
ਜੋ ਵੀ ਪਾਉਣ ਯੋਗ ਹੈ ਤੁਹਾਡੇ ਅੰਦਰ ਹੈ, ਭਾਵੇਂ ਉਹਨੂੰ ਕਹੋ ਪ੍ਰਕਾਸ਼, ਭਾਵੇਂ ਉਹਨੂੰ ਕਹੋ ਆਨੰਦ, ਭਾਵੇਂ ਉਹਨੂੰ ਕਹੋ ਪਰਮਾਤਮਾ, ਭਾਵੇਂ ਉਹਨੂੰ ਕਹੋ ਮੁਕਤੀ, ਭਾਵੇਂ ਕਹੋ ਨਿਰਵਾਣ। ਉਹ ਜੋ ਵੀ ਪਾਉਣ ਯੋਗ ਹੈ ਤੁਹਾਡੇ ਅੰਦਰ ਹੈ। ਬੁੱਧਾ ਨੇ, ਮਹਾਵੀਰਾਂ ਨੇ, ਕ੍ਰਿਸ਼ਨਾ ਨੇ, ਕ੍ਰਾਈਸਟਾਂ ਨੇ ਜੋ ਪਾਇਆ ਉਹ ਤੁਹਾਡੇ ਅੰਦਰ ਹੈ। ਲੇਕਿਨ ਅਸੀਂ ਉਹਨੂੰ ਵੀ ਬਾਹਰ ਹੀ ਲੱਭਦੇ ਹਾਂ ਜੋ ਸਾਡੇ ਅੰਦਰ ਹੈ। ਉਹਨੂੰ ਵੀ ਅਸੀਂ ਬਾਹਰ ਹੀ ਭਾਲਦੇ ਹਾਂ। ਸਾਡੀ ਖੋਜ ਹੀ ਬਾਹਰ ਵੱਲ ਦੌੜਦੀ ਹੈ। ਅਸੀਂ ਜਾਣਦੇ ਹਾਂ ਇੱਕ ਢੰਗ ਖੋਜਣ ਦਾ ਬਾਹਰ। ਜ਼ਿੰਦਗੀ ਦੀ ਜ਼ਰੂਰਤ ਤੋਂ ਇਹ ਢੰਗ ਪੈਦਾ ਹੋ ਗਿਆ ਹੈ। ਇਸ ਢੰਗ ਨੂੰ ਤੋੜੋਗੇ ਨਹੀਂ ਤਾਂ ਤੁਸੀਂ ਬਾਹਰ ਹੀ ਦੌੜਦੇ ਰਹੋਗੇ ਤੇ ਬਾਹਰ ਦੀ ਦੌੜ 'ਚ ਤੁਹਾਨੂੰ ਬਹੁਤ ਵਾਰ ਲੱਗੇਗਾ ਕਿ ਸੁੱਖ ਕਰੀਬ ਹੈ, ਬਹੁਤ ਕਰੀਬ, ਹੁਣ ਮਿਲਿਆ ਕਿ ਹੁਣ ਮਿਲਿਆ। ਹਰ ਵਾਰ ਜਦੋਂ ਪਹੁੰਚੋਗੇ ਉੱਥੇ ਤਾਂ ਪਾਓਗੇ ਕਿ ਇੰਦਰ ਧਨੁਸ਼ ਦੀ ਤਰ੍ਹਾਂ ਖੋ ਗਿਆ। ਇੰਦਰ ਧਨੁਸ਼ ਦਿਸਦੇ ਬਹੁਤ ਪਿਆਰੇ ਹੈ ਪਰ ਦੂਰ ਤੋਂ ਹੀ ਉਸ 'ਚ ਰੰਗ ਹੁੰਦੀ ਹੈ। ਜੇ ਤੁਸੀਂ ਨੇੜੇ ਪਹੁੰਚ ਜਾਓ ਤਾਂ ਖੋ ਜਾਂਦੇ ਆ। ਉਹਨਾਂ ਨੂੰ ਦੇਖਣ ਖਾਤਰ ਫਾਸਲਾ ਚਾਹੀਦਾ ਹੈ। ਉਹ ਫਾਸਲੇ ਤੋਂ ਪੈਦਾ ਹੋਇਆ ਭਰਮ ਹੈ। ਨੇੜੇ ਪਹੁੰਚ ਗਏ ਭਰਮ ਟੁੱਟ ਜਾਂਦਾ ਹੈ। ਸਾਰੇ ਸੁੱਖ ਇੰਦਰ ਧਨੁਸ਼ ਹੀ ਹਨ, ਦੂਰ ਹਨ। ਜੇ ਤੁਸੀਂ ਸੜਕਾਂ ਤੇ ਭੀਖ ਮੰਗ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿ ਮਹਿਲਾਂ ਵਿੱਚ ਸੁੱਖ ਹੈ, ਕਿਉਂਕਿ ਮਹਿਲ ਬਹੁਤ ਦੂਰ ਹੈ। ਉਹ ਜਿਹੜਾ ਮਹਿਲ 'ਚ ਬੈਠਾ ਹੈ ਉਹਨੂੰ ਸੁੱਖ ਦਾ ਬਿਲਕੁਲ ਪਤਾ ਨਹੀਂ ਲੱਗ ਰਿਹਾ। ਉਹ ਹੋ ਸਕਦਾ ਹੈ ਕਿ ਇਸ ਮੰਗਤੇ ਨਾਲੋਂ ਵੀ ਵੱਧ ਦੁਖੀ ਹੋਵੇ, ਕਿਉਂਕਿ ਮੰਗਤੇ ਨੂੰ ਘੱਟੋ ਘੱਟ ਆਸ ਤਾਂ ਹੈ ਕਿ ਮਹਿਲ ਵਿੱਚ ਸੁੱਖ ਹੈ। ਉਹ ਕਦੇ ਨਾ ਕਦੇ ਮਹਿਲ 'ਚ ਪਹੁੰਚ ਹੀ ਜਾਏਗਾ। ਇਸ ਆਸ ਦੇ ਆਸਰੇ ਵੀ ਜੀਤਾ ਲੈਂਦਾ ਹੈ, ਲੇਕਿਨ ਉਹ ਜਿਹੜਾ ਮਹਿਲ 'ਚ ਪਹੁੰਚ ਗਿਆ ਹੈ ਉਹਦੀ ਇਹ ਆਸ ਵੀ ਲੋਪ ਹੋ ਗਈ ਹੈ। ਮਹਿਲ 'ਚ ਕੋਈ ਸੁੱਖ ਨਹੀਂ ਮਾਲੂਮ ਹੁੰਦਾ, ਪਰ ਉਹ ਵੀ ਸੋਚਦਾ ਹੈ ਕਿ ਕਿਸੇ ਹੋਰ ਵੱਡੇ ਮਹਿਲ 'ਚ ਸੁੱਖ ਜ਼ਰੂਰ ਹੈ। ਜਿੱਥੇ ਅਸੀਂ ਨਹੀਂ ਹਾਂ ਉੱਥੇ ਸੁੱਖ ਦਿਸਦਾ ਹੈ। ਤੇ ਅਜਿਹਾ ਨਹੀਂ ਕਿ ਇਹ ਗੱਲਾਂ ਮਹਿਲਾਂ ਦੇ ਸੰਬੰਧ 'ਚ ਹੀ ਸੱਚ ਹੋਣ। ਇਹ ਵੀ ਹੋ ਸਕਦਾ ਹੈ ਕਿ ਮਹਿਲਾਂ 'ਚ ਰਹਿ ਕੇ ਅੱਕ ਗਿਆ ਬੰਦਾ ਕਦੇ-ਕਦੇ ਸੋਚਣ ਲੱਗਦਾ ਹੈ ਕਿ ਝੌਂਪੜੀਆਂ 'ਚ ਰਹਿਣ ਵਾਲੇ ਲੋਕ ਬੜੇ ਸੁਖੀ ਹੈ, ਪਿੰਡਾਂ 'ਚ ਰਹਿਣ ਵਾਲੇ ਲੋਕ ਸ਼ਹਿਰ ਵੱਲ ਦੌੜ ਰਹੇ ਹੈ। ਪਿੰਡ ਦੇ ਕਿਸੇ ਆਦਮੀ ਨੂੰ ਆਖੋ ਕਿ ਪਰਮ ਆਨੰਦ ਵਿੱਚ ਹੈ ਤਾਂ ਉਹ ਯਕੀਨ ਨਹੀਂ ਕਰਦਾ ਤੁਹਾਡਾ ਕਿ ਕਿੱਥੋਂ ਦਾ ਆਨੰਦ। ਪਰ ਸ਼ਹਿਰਾਂ 'ਚ ਜੋ ਲੋਕ ਹੈ ਉਹ ਸੋਚਦੇ ਆ ਕਿ ਪਿੰਡਾਂ 'ਚ ਆਨੰਦ ਵਰਸ ਰਿਹਾ। ਕਵਿਤਾਵਾਂ ਲਿਖਦੇ ਹੈ, ਕਿਤਾਬਾਂ ਲਿਖਦੇ ਹੈ ਕਿ ਪਿੰਡਾਂ 'ਚ ਬੜਾ ਆਨੰਦ ਹੈ। ਹਾਲਾਂਕਿ ਪਿੰਡਾਂ ਵਿੱਚ ਉਹ ਵੀ ਜਾਂਦੇ ਨਹੀਂ, ਰਹਿੰਦੇ ਹਨ ਸ਼ਹਿਰ ਵਿੱਚ। ਜਾਣ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਭਾਰੀ ਦੁੱਖ ਹੈ। ਜਿਹੜੇ ਜਾਂਦੇ ਉਹ ਫੌਰਨ ਵਾਪਸ ਪਰਤ ਆਉਂਦੇ ਆ। ਇਹ ਬੜਾ ਮਜ਼ੇਦਾਰ ਮਾਮਲਾ ਹੈ। ਜਿੱਥੇ ਅਸੀਂ ਨਹੀਂ ਹਾਂ ਉੱਥੇ ਸੁੱਖ ਨਜ਼ਰ ਆਉਂਦਾ ਹੈ, ਜਿੱਥੇ ਅਸੀਂ ਹਾਂ ਉੱਥੇ ਦੁੱਖ ਨਜ਼ਰ ਆਉਂਦਾ ਹੈ। ਲੇਕਿਨ ਜਿਨ੍ਹਾਂ ਥਾਵਾਂ ਤੇ ਅਸੀਂ ਨਹੀਂ ਹਾਂ ਉੱਥੇ ਵੀ ਕੋਈ ਹੈ। ਉਸ ਕੋਲੋਂ ਅਸੀਂ ਪੁੱਛਣ ਦੀ ਤਕਲੀਫ ਵੀ ਨਹੀਂ ਕਰਦੇ ਕਿ ਉੱਥੇ ਤੈਨੂੰ ਕੀ ਮਿਲ ਰਿਹਾ। ਉਹ ਵੀ ਉੱਥੇ ਤ੍ਰਿਪਤ ਨਹੀਂ ਹੈ। ਲੱਭਦੇ ਹਾਂ ਅਸੀਂ ਬਾਹਰ, ਤੇ ਬਾਹਰ ਉਹ ਕਦੇ ਵੀ ਨਹੀਂ ਮਿਲੇਗਾ, ਕਿਉਂਕਿ ਬਾਹਰ ਉਹ ਹੈ ਹੀ ਨਹੀਂ। ਮਿਲਣ ਦਾ ਕੋਈ ਕਾਰਨ ਹੀ ਨਹੀਂ ਹੈ। ਜਿਹਦੀ ਅਸੀਂ ਭਾਲ ਕਰ ਰਹੇ ਹਾਂ ਉਹ ਅਸੀਂ ਅੰਦਰ ਖੋ ਦਿੱਤਾ ਹੈ, ਤੇ ਅੰਦਰ ਖੋ ਦਿੱਤਾ ਹੈ ਇਸ ਜੀਵਨ ਦੀ ਲੋੜ ਦੇ ਕਾਰਨ। ਧਿਆਨ ਚਲਾ ਗਿਆ ਬਾਹਰ, ਧਿਆਨ 24 ਘੰਟੇ ਬਾਹਰ ਰੁੱਝਿਆ ਹੋਇਆ। ਅੰਦਰ ਅਸੀਂ ਬੇਧਿਆਨ ਹੋ ਗਏ ਹਾਂ, ਅੰਦਰ ਬੇਭਾਨ ਹੋ ਗਏ ਹਾਂ। ਸਾਰਾ ਭਾਨ ਬਾਹਰ ਚਲਾ ਗਿਆ। ਜੇ ਖਿਆਲ 'ਚ ਆ ਜਾਏ ਤਾਂ ਅਸੀਂ ਭਾਨ ਨੂੰ ਅੰਦਰ ਲਿਜਾ ਸਕਦੇ ਹਾਂ। ਇਸ ਲਈ ਧਿਆਨ ਦੇ ਆਖਰੀ ਪੜਾਅ 'ਚ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਜਿਵੇਂ ਹੋ ਮੁਰਦੇ ਵਾਂਗ ਹੋ ਜਾਓ। ਕੁਝ ਵੀ ਹੋ ਰਿਹਾ ਹੋਵੇ ਮੁਰਦੇ ਵਾਂਗ ਹੋ ਜਾਓ, ਨਹੀਂ ਤਾਂ ਧਿਆਨ ਦੀ ਜਿਹੜੀ ਸ਼ਕਤੀ ਜਾਗਦੀ ਹੈ ਉਹਨੂੰ ਵੀ ਤੁਸੀਂ ਬਾਹਰ ਲੈ ਜਾਓਗੇ, ਉਸੇ ਵੇਲੇ ਚਲੀ ਜਾਏਗੀ। ਜੇ ਤੁਹਾਨੂੰ ਅੱਖਾਂ ਖੁੱਲੀਆਂ ਰੱਖਣ ਦਾ ਮੌਕਾ ਦਿੱਤਾ ਜਾਏ ਤਾਂ ਉਹ ਧਿਆਨ ਦੀ ਜਿਹੜੀ ਸ਼ਕਤੀ ਜਾਗੀ ਹੈ ਤੁਹਾਡੀਆਂ ਅੱਖਾਂ ਤੋਂ ਉਸੇ ਵੇਲੇ ਬਾਹਰ ਘੁੰਮਣ ਲੱਗੇਗੀ। ਤੁਸੀਂ ਕਿਸੇ ਫਜ਼ੂਲ ਚੀਜ਼ ਤੇ ਉਹਨੂੰ ਨਸ਼ਟ ਕਰ ਦਿਓਗੇ। ਕੋਲ ਖੜੀ ਹੋਈ ਕੋਈ ਇਸਤਰੀ ਦਿਸ ਪਏਗੀ, ਕੋਈ ਬੰਦਾ ਨੱਚਦਾ ਹੋਇਆ ਨਜ਼ਰ ਆ ਜਾਏਗਾ, ਕੋਈ ਵਿਅਕਤੀ ਪਾਗਲ ਜਿਹਾ ਜਾਪੇਗਾ। ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕੀ ਕਰ ਰਹੇ ਹੋ, ਪਰ ਤੁਹਾਡੀਆਂ ਅੱਖਾਂ ਜੇ ਤਾਜ਼ੀਆਂ ਹਨ, ਅੰਦਰ ਧਿਆਨ ਪੈਦਾ ਹੋਇਆ ਹੈ। ਤੁਸੀਂ ਉਸ ਧਿਆਨ ਨੂੰ ਨਸ਼ਟ ਕਰੀ ਜਾ ਰਹੇ ਹੋ। ਇੱਕ ਪਲ ਵਿੱਚ, ਘੰਟਿਆਂ 'ਚ ਜੋ ਪੈਦਾ ਹੁੰਦਾ ਹੈ ਉਹ ਇੱਕ ਘੜੀ 'ਚ ਖੋਇਆ ਜਾ ਸਕਦਾ ਹੈ। ਇਸੇ ਲਈ ਕਹਿੰਦਾ ਹਾਂ ਅੱਖਾਂ ਬੰਨ੍ਹ ਕੇ ਰੱਖੋ ਤਾਂ ਜੋ ਜਿਹੜਾ ਧਿਆਨ ਪੈਦਾ ਹੋਇਆ ਹੈ ਉਹ ਅੱਖਾਂ ਰਾਹੀਂ ਬਾਹਰ ਨਾ ਬਹਿ ਜਾਏ। ਇਸ ਲਈ ਕਹਿੰਦਾ ਸਰੀਰ ਨੂੰ ਮੁਰਦੇ ਵਾਂਗ ਛੱਡ ਦਿਓ, ਜ਼ਰਾ ਵੀ ਹਿਲਾਓ ਡਲਾਓ ਨਾ, ਕਿਉਂਕਿ ਤੁਹਾਨੂੰ ਆਪਣੀਆਂ ਹੀ ਬੇਈਮਾਨੀਆਂ ਦਾ ਕੋਈ ਪਤਾ ਨਹੀਂ ਹੈ। ਕਿਤੇ ਲੱਗੇਗਾ ਪੈਰ 'ਚ ਪੀੜ ਹੋ ਰਹੀ ਹੈ, ਕਿਤੇ ਲੱਗੇਗਾ ਹੱਥ ਜ਼ਰਾ ਠੀਕ ਕਰ ਲਈਏ, ਕਿਤੇ ਲੱਗੇਗਾ ਸਿਰ 'ਚ ਖੁਜਲੀ ਹੋ ਰਹੀ ਹੈ। ਜੇ ਹੋ ਵੀ ਰਹੀ ਹੈ ਸਿਰ 'ਚ ਖੁਜਲੀ ਤਾਂ 10 ਮਿੰਟ 'ਚ ਕੀ ਵਿਗੜ ਚੱਲਿਆ? ਜ਼ਿੰਦਗੀ ਪਈ ਹੈ, ਖੁਜਲਾ ਲੈਣਾ। ਜੇ 10 ਮਿੰਟ ਪੈਰ 'ਚ ਜ਼ਰਾ ਤਕਲੀਫ ਵੀ ਹੋ ਰਹੀ ਹੈ ਤਾਂ ਕੀ ਵਿਗੜਿਆ ਜਾ ਰਿਹਾ? ਕੋਈ ਮੌਤ ਨਹੀਂ ਆ ਜਾਏਗੀ।
ਤੇ ਜੇ ਇੱਕ ਕੀੜੀ ਪੈਰ ਤੇ ਚੜਨ ਵੀ ਲੱਗੀ ਹੈ ਤਾਂ ਕੀ ਵਿਗਾੜ ਲਏਗੀ? ਲੜ ਹੀ ਸਕਦੀ ਹੈ। ਕੋਈ ਸੱਪ ਨਹੀਂ ਚੜ ਗਿਆ, ਕੀੜੀ ਚੜੀ ਹੈ, ਪਰ ਕੀੜੀ ਤੁਹਾਨੂੰ ਬੇਚੈਨ ਕਰ ਦਿੰਦੀ ਹੈ। ਕੀੜੀ ਨਹੀਂ ਕਰ ਰਹੀ, ਕੀੜੀ ਬਹਾਨਾ ਹੈ। ਤੁਹਾਡੇ ਅੰਦਰ ਜੋ ਧਿਆਨ ਦੀ ਸ਼ਕਤੀ ਪੈਦਾ ਹੋਈ ਹੈ ਉਹ ਕਿਸੇ ਵੀ ਬਹਾਨੇ ਬਾਹਰ ਬਹਿਣਾ ਚਾਹੁੰਦੀ ਹੈ। ਤੁਸੀਂ ਹੱਥ ਨਾਲ ਕੀੜੀ ਨੂੰ ਹਟਾ ਦਿਓਗੇ, ਤੁਹਾਨੂੰ ਪਤਾ ਨਹੀਂ ਕਿ ਉਸ ਹੱਥ ਦੀ ਉਸ ਛੋਟੀ ਜਿਹੀ ਹਰਕਤ 'ਚ ਤੁਸੀਂ ਧਿਆਨ ਬਾਹਰ ਸੁੱਟ ਦਿੱਤਾ। ਇਸ ਲਈ ਕਹਿਣਾ ਕਿ ਜਦ ਧਿਆਨ ਦੀ ਊਰਜਾ ਜਾਗਦੀ ਹੈ ਤਾਂ ਸਭ ਪਾਸਿਆਂ ਤੋਂ ਰੁਕ ਜਾਓ, ਬਸ ਪੱਥਰ ਵਾਂਗ ਹੋ ਰਹੋ। ਇਹ 10 ਮਿੰਟ 'ਚ ਬਾਹਰ ਦੀ ਦੁਨੀਆ ਰਹੀ ਹੀ ਨਹੀਂ, ਤਾਂ ਹੀ ਕਿਸੇ ਦਿਨ ਕਿਸੇ ਛਿਨ ਮੌਕਾ ਆਏਗਾ, ਧਿਆਨ ਧੱਕਾ ਮਾਰੇਗਾ। ਬਾਹਰ ਜਾਣ ਦਾ ਉਪਾਅ ਨਹੀਂ ਹੋਏਗਾ, ਧਿਆਨ ਧੱਕਾ ਮਾਰੇਗਾ। ਅੰਦਰ ਦੀ ਇੱਕ ਝਲਕ ਮਿਲ ਜਾਏਗੀ, ਇੱਕ ਝਲਕ ਮਿਲ ਜਾਏਗੀ, ਫਿਰ ਤੁਹਾਨੂੰ ਰਸ ਤੇ ਸਵਾਦ ਆ ਗਿਆ, ਫਿਰ ਤੁਸੀਂ ਅੰਦਰ ਦੀ ਤਰਫ ਜਾ ਸਕਦੇ ਹੋ। ਲੇਕਿਨ ਤੁਸੀਂ ਛੋਟੀਆਂ ਚੀਜ਼ਾਂ 'ਚ ਖੋਣ ਨੂੰ ਤਿਆਰ ਹੋ, ਬਹੁਤ ਨਿਗੂਣੀਆਂ ਚੀਜ਼ਾਂ ਵਿੱਚ। ਜੇ ਤੁਸੀਂ ਸੋਚੋਗੇ ਤਾਂ ਤੁਹਾਨੂੰ ਵੀ ਲੱਗੇਗਾ ਕਿ ਕਿਆ ਨਿਗੂਣੀ ਗੱਲ ਸੀ, ਇਸ 'ਚ ਖੋਣ ਜਿਹਾ ਕੀ ਸੀ? ਖੜੇ ਸੀ, ਥੱਕ ਗਏ ਸੀ, ਇਸ 'ਚ ਕੀ ਅੜਿੱਚਣ ਆ ਰਹੀ ਸੀ? ਪਰ ਮੈਂ ਵੇਖਦਾ ਤੁਸੀਂ ਆਪਣੇ ਆਪ ਨੂੰ ਕਿਵੇਂ ਧੋਖਾ ਦੇ ਲੈਂਦੇ ਹੋ, ਛੇਤੀ ਨਾਲ ਬੈਠ ਜਾਂਦੇ ਹੋ। ਮੈਂ ਕਹਿੰਦਾ ਰੁਕ ਜਾਓ, ਤੁਸੀਂ ਛੇਤੀ ਨਾਲ ਬੈਠ ਜਾਂਦੇ ਹੋ। ਮੈਂ ਕਹਿ ਰਿਹਾ ਸੀ ਰੁਕ ਜਾਓ, ਜਿਵੇਂ ਹੋ ਉਵੇਂ ਹੀ ਤੁਸੀਂ ਛੇਤੀ ਨਾਲ ਬੈਠ ਕੇ ਠੀਕ ਆਸਣ ਲਾ ਲੈਂਦੇ ਹੋ। ਤੁਹਾਨੂੰ ਪਤਾ ਨਹੀਂ ਤੁਸੀਂ ਕੀ ਕਰ ਰਹੇ ਹੋ, ਕਿਹਨੂੰ ਧੋਖਾ ਦੇ ਰਹੇ ਹੋ? ਮੈਨੂੰ ਧੋਖਾ ਦੇ ਰਹੇ ਹੋ। ਮੈਨੂੰ ਧੋਖਾ ਦੇਣ ਦਾ ਕੀ ਫਾਇਦਾ? ਤੁਸੀਂ 30 ਮਿੰਟ ਇੰਨੀ ਮਿਹਨਤ ਕੀਤੀ, ਤੁਸੀਂ ਇੱਕ ਸਕਿੰਟ 'ਚ ਉਹਨੂੰ ਖੋ ਰਹੇ ਹੋ ਕਿਉਂਕਿ ਤੁਸੀਂ ਧਿਆਨ ਬਾਹਰ ਦੇ ਰਹੇ। ਸ਼ਕਤੀਆਂ ਜ਼ਰਾ ਜਿੰਨੇ ਛੇਕ ਰਾਹੀਂ ਬਾਹਰ ਵਹਿ ਜਾਂਦੀਆਂ, ਤੇ ਤੁਸੀਂ ਇਹ ਨਾ ਸੋਚਣਾ ਕਿ ਕਿਸ਼ਤੀ 'ਚ ਸਿਰਫ ਇੱਕ ਛੇਕ ਹੈ, ਇਸ ਲਈ ਕੀ ਹਰਜ਼ ਹੈ, ਪਾਰ ਹੋ ਜਾਓਗੇ। ਇਸ ਇੱਕ ਛੇਕ ਦਾ ਸਵਾਲ ਨਹੀਂ, ਛੇਕ ਹੈ ਇੰਨਾ ਕਾਫੀ ਹੈ। ਇੱਕ ਛੇਕ ਕਿਸ਼ਤੀ ਨੂੰ ਡੋਬ ਦੇਗਾ ਤੇ ਬੇਈਮਾਨੀਆਂ ਛੇਕ ਬਣ ਜਾਂਦੀਆਂ। ਜੋ ਤੁਹਾਡੇ ਅੰਦਰ ਹੈ ਸਿਰਫ ਉਸੇ ਦੀ ਇੱਛਾ ਕਰੋ, ਤੇ ਜੇ ਤੁਸੀਂ ਉਹਨੂੰ ਅੰਦਰ ਨਹੀਂ ਪਾ ਸਕਦੇ ਤਾਂ ਬਾਹਰ ਲੱਭਣਾ ਫਜ਼ੂਲ ਹੈ, ਕਿਉਂਕਿ ਉਹ ਬਾਹਰ ਨਹੀਂ ਹੈ। ਤੇ ਜੋ ਤੁਹਾਤੋਂ ਪਰੇ ਹੈ ਸਿਰਫ ਉਸੇ ਦੀ ਇੱਛਾ ਕਰੋ। ਅਸੀਂ ਹਮੇਸ਼ਾ ਜੋ ਸਾਡੇ ਹੱਥ ਦੇ ਅੰਦਰ ਹੈ ਉਸੇ ਦੀ ਇੱਛਾ ਕਰਦੇ ਹਾਂ। ਜਿਸ 'ਚ ਅਸੀਂ ਪਾਉਂਦੇ ਹਾਂ ਕਿ ਸਫਲ ਹੋ ਜਾਵਾਂਗੇ, ਉਹਦੀ ਇੱਛਾ ਕਰਦੇ ਹਾਂ। ਜਿਸ ਵਿੱਚ ਸਾਨੂੰ ਪੱਕਾ ਭਰੋਸਾ ਹੈ ਕਿ ਅਸੀਂ ਕੁਸ਼ਲ ਹਾਂ, ਉਸੇ ਦੀ ਇੱਛਾ ਕਰਦੇ ਹਾਂ। ਇਹਦਾ ਅਰਥ ਇਹ ਹੋਇਆ ਕਿ ਤੁਸੀਂ ਖੁਦ ਕੋਲੋਂ ਵੱਡੇ ਕਦੇ ਵੀ ਨਹੀਂ ਹੋ ਸਕੋਗੇ। ਤੁਸੀਂ ਜਿਹੋ ਜਿਹੇ ਹੋ, ਜੋ ਹੋ ਉੱਥੇ ਰੁਕ ਜਾਓਗੇ। ਹਮੇਸ਼ਾ ਆਪਣੇ ਤੋਂ ਪਾਰ ਦੀ ਇੱਛਾ ਕਰਨੀ ਚਾਹੀਦੀ ਹੈ, ਤਾਂ ਹੀ ਹੁੰਦੀ ਹੈ ਗਤੀ, ਤਾਂ ਹੀ ਹੁੰਦਾ ਹੈ ਵਿਕਾਸ। ਕਿਉਂਕਿ ਜੋ ਪਾਰ ਹੈ ਆਪਣੇ ਤੋਂ, ਉਹਨੂੰ ਪਾਉਣ 'ਚ ਹੀ ਤੁਸੀਂ ਵੱਡੇ ਹੁੰਦੇ ਹੋ। ਲੇਕਿਨ ਕੀ ਹੈ ਪਾਰ ਤੁਹਾਡੇ? ਜਗਤ 'ਚ ਅਜਿਹੀ ਕੋਈ ਵੀ ਚੀਜ਼ ਨਹੀਂ ਜੋ ਮਨੁੱਖ ਦੇ ਪਾਰ ਹੋਵੇ। ਸਭ ਕੁਝ ਮਨੁੱਖ ਪਾ ਲੈਂਦਾ, ਤੁਸੀਂ ਵੀ ਪਾ ਸਕਦੇ ਹੋ। ਮੰਨਿਆ ਸਿਕੰਦਰ ਬਹੁਤ ਪਾ ਲੈਂਦਾ, ਤੁਸੀਂ ਜ਼ਰਾ ਛੋਟੇ ਸਿਕੰਦਰ ਹੋ, ਉਹਨਾਂ ਨਹੀਂ ਪਾ ਸਕਦੇ। ਉਹ ਜੋ ਵੱਡਾ ਸਾਮਰਾਜ ਬਣਾ ਲੈਂਦਾ, ਤੁਸੀਂ ਇੱਕ ਛੋਟਾ ਜਿਹਾ ਬਣਾਉਂਦੇ ਹੋ। ਪਰ ਅਸੰਭਵ ਕੁਝ ਵੀ ਨਹੀਂ ਹੈ। ਜੇ ਤੁਸੀਂ ਵੀ ਉਹੋ ਜਿਹੀ ਪਾਗਲ ਤੇ ਜ਼ਿੱਦੀ ਹੋਵੋ ਜਿਹੋ ਜਿਹਾ ਸਿਕੰਦਰ ਹੈ, ਜੇ ਤੁਹਾਨੂੰ ਵੀ ਮਦ ਦਾ ਉਹੋ ਜਿਹਾ ਹੀ ਨਸ਼ਾ ਚੜ ਜਾਏ ਤਾਂ ਤੁਸੀਂ ਵੀ ਪਾ ਲਓਗੇ। ਇੱਕ ਗੱਲ ਤੈਅ ਹੈ ਕਿ ਸਿਕੰਦਰ ਜੋ ਪਾਉਂਦਾ ਹੈ ਉਹ ਕੋਈ ਵੀ ਬੰਦਾ ਪਾ ਸਕਦਾ ਹੈ। ਉਸ 'ਚ ਆਦਮੀ ਦੇ ਪਾਰ ਕੁਝ ਵੀ ਨਹੀਂ ਹੈ। ਹੋ ਸਕਦਾ ਕੋਈ ਐਂਡਰੂ ਕਾਰਨੇਗੀ, ਕੋਈ ਰੌਕਫੈਲਰ ਅਰਬਾਂ ਰੁਪਏ ਕਮਾ ਲੈਂਦਾ, ਤੁਸੀਂ ਵੀ ਕਮਾ ਸਕਦੇ ਹੋ। ਪਾਰ ਕੁਝ ਵੀ ਨਹੀਂ ਹੈ। ਤੇ ਜੇ ਤੁਸੀਂ 1 ਪੈਸਾ ਕਮਾ ਸਕਦੇ ਹੋ ਤਾਂ ਅਰਬ ਰੁਪਏ ਵੀ ਕਮਾ ਸਕਦੇ ਹੋ, ਕਿਉਂਕਿ ਅਰਬ ਰੁਪਏ ਤੇ 1 ਪੈਸੇ 'ਚ ਫਰਕ ਮਿਕਦਾਰ ਦਾ ਹੈ, ਗੁਣ ਦਾ ਨਹੀਂ। ਜਿਹੜਾ ਕੋਈ 1 ਪੈਸਾ ਕਮਾ ਸਕਦਾ ਉਹ 2 ਕਿਉਂ ਨਹੀਂ ਕਮਾ ਸਕਦਾ? ਤੇ 1 ਪੈਸਾ ਹੋਰ 1 ਪੈਸਾ ਹੋਰ 1 ਪੈਸਾ ਜੁੜਦੇ ਜੁੜਦੇ ਅਰਬ ਹੋ ਜਾਂਦੇ ਹੈ। ਇਸ ਲਈ ਜੋ ਫਰਕ ਹੈ ਉਹ ਕੋਈ ਗੁਣਾਤਮਕ ਨਹੀਂ, ਕੁਆਲਿਟੇਟਿਵ ਨਹੀਂ ਹੈ, ਕੁਆਂਟੀਟੇਟਿਵ ਦਾ ਹੈ। ਤਾਂ ਜੇ ਮੈਂ 1 ਪੈਸਾ ਕਮਾ ਲਿਆ ਤਾਂ ਮੈਂ ਦੁਨੀਆ ਦੀ ਸਾਰੀ ਸੰਪਤੀ ਕਮਾ ਲਈ। ਮੈਂ ਕਮਾ ਸਕਦਾ ਕਿਉਂਕਿ 1 ਪੈਸਾ ਬੁਨਿਆਦੀ ਪੌੜੀ ਮੇਰੇ ਹੱਥ ਆ ਗਈ। ਹੁਣ ਵਿਅਰਥ ਹੈ ਕਿ ਮੈਂ ਅਰਬ ਕਮਾਵਾਂ, 2 ਅਰਬ ਕਮਾਵਾਂ। 1 ਪੈਸਾ ਕਮਾਉਣ 'ਚ ਰਾਹ ਸਾਫ਼ ਹੋ ਗਿਆ, ਉਹ ਮੈਂ ਕਮਾ ਸਕਦਾ, ਉਹ ਪਰੇ ਨਹੀਂ ਹੈ। ਜੋ ਤੁਹਾਤੋਂ ਪਰੇ ਹੈ ਸਿਰਫ ਉਹਦੀ ਇੱਛਾ ਕਰੋ। ਕੀ ਹੈ ਤੁਹਾਤੋਂ ਪਰੇ? ਤੁਸੀਂ ਹੀ। ਉਹ ਤੁਹਾਡੇ ਅੰਦਰ ਜੋ ਛੁਪਿਆ ਉਹੀ ਤੁਹਾਡੇ ਤੋਂ ਪਰੇ ਹੈ। ਬਾਕੀ ਸਭ ਤੁਹਾਡੇ ਅੰਦਰ ਹੈ, ਤੁਹਾਡੇ ਹੱਥ ਦੇ ਅੰਦਰ ਹੈ। ਬਾਕੀ ਸਭ ਆਸਾਨ ਹੈ, ਕਿੰਨਾ ਹੀ ਕਠਿਨ ਜਾਪਦਾ ਹੋਵੇ ਆਸਾਨ ਹੈ। ਬਾਕੀ ਸਭ ਨਿਗੁਣ ਹੈ। ਇੱਕ ਤੁਹਾਡੇ ਅੰਦਰ ਜੋ ਛੁਪੀ ਸੰਪਦਾ ਹੈ ਉਹੀ ਇੱਕ ਤੁਹਾਤੋਂ ਪਾਰ ਜਾਪਦੀ ਹੈ। ਉਸ ਪਾਸੇ ਜਾਣ ਦਾ ਨਾ ਕੋਈ ਉਪਾਅ ਸੁਝਦਾ ਹੈ, ਨਾ ਕੋਈ ਰਾਹ ਦਿਸਦਾ ਹੈ। ਨਾ ਉਸ ਪਾਸੇ ਹੱਥ ਫੈਲਾ ਸਕਦੇ ਹੋ ਕਿਉਂਕਿ ਹੱਥ ਬਾਹਰ ਜਾਂਦੇ ਹਨ, ਨਾ ਉਸ ਪਾਸੇ ਅੱਖ ਖੋਲ ਸਕਦੇ ਹੋ ਕਿਉਂਕਿ ਅੱਖ ਬਾਹਰ ਖੁੱਲਦੀ ਹੈ, ਨਾ ਉਸ ਪਾਸੇ ਕੰਨ ਕਰ ਸਕਦੇ ਹੋ ਕਿਉਂਕਿ ਕੰਨ ਬਾਹਰ ਸੁਣਦੀ ਹੈ। ਸਾਰੀਆਂ ਇੰਦਰੀਆਂ ਬਾਹਰ ਜਾਂਦੀਆਂ, ਉਹਦੀ ਭਾਲ ਅੰਦਰ ਕਰਨੀ ਹੈ।
ਮਨ ਬਾਹਰ ਜਾਂਦਾ ਹੈ, ਉਹਦੀ ਭਾਲ ਅੰਦਰ ਕਰਨੀ ਹੈ, ਉਹ ਤੁਹਾਤੋਂ ਪਰੇ ਹੈ। ਤੁਹਾਤੋਂ ਪਰੇ ਹੈ ਤੁਹਾਡਾ ਹੋਣਾ। ਇਹਦਾ ਮਤਲਬ ਹੋਇਆ ਕਿ ਤੁਸੀਂ ਦੋ ਤਰ੍ਹਾਂ ਦੇ ਹੋ। ਇੱਕ ਤਾਂ ਤੁਹਾਡਾ ਬਾਹਰ ਜਾਣ ਵਾਲਾ ਰੂਪ, ਤੁਹਾਡੀਆਂ ਇੰਦਰੀਆਂ, ਤੁਹਾਡਾ ਸਰੀਰ, ਤੁਹਾਡਾ ਮਨ, ਤੁਹਾਡਾ ਹੰਕਾਰ। ਇਹਨਾਂ ਸਭ ਦੇ ਜੋੜ ਦਾ ਨਾਂ ਹੈ ਹੰਕਾਰ, ਤੇ ਇਹ ਬਾਹਰ ਜਾਣ ਵਾਲਾ ਹੈ। ਇਸ ਹੰਕਾਰ ਦੇ ਪਰੇ ਹੈ ਤੁਹਾਡਾ ਅਸਲੀ ਸਰੂਪ, ਤੁਹਾਡੀ ਆਤਮਾ। ਜੇ ਇੱਛਾ ਹੀ ਕਰਨੀ ਹੈ ਤਾਂ ਸਿਰਫ ਉਹਦੀ ਇੱਛਾ ਕਰੋ ਜੋ ਤੁਹਾਤੋਂ ਪਰੇ ਹੈ। ਉਹ ਤੁਹਾਤੋਂ ਪਰੇ ਹੈ ਕਿਉਂਕਿ ਜਦ ਤੁਸੀਂ ਉਹਨੂੰ ਪ੍ਰਾਪਤ ਕਰ ਲੈਂਦੇ ਹੋ ਤਾਂ ਤੁਹਾਡਾ ਹੰਕਾਰ ਨਸ਼ਟ ਹੋ ਚੁੱਕਾ ਹੁੰਦਾ ਹੈ। ਉਹ ਤੁਹਾਤੋਂ ਪਰੇ ਇਸ ਲਈ ਹੈ ਕਿ ਤੁਸੀਂ ਉਹਨੂੰ ਪਾਉਣ 'ਚ ਨਸ਼ਟ ਹੋ ਜਾਓਗੇ। ਜਿਸ ਨੂੰ ਪਾਉਣ 'ਚ ਤੁਸੀਂ ਨਸ਼ਟ ਨਹੀਂ ਹੁੰਦੇ ਉਹ ਤੁਹਾਤੋਂ ਪਰੇ ਨਹੀਂ ਹੈ। ਜਿਸ ਨੂੰ ਪਾਉਣ 'ਚ ਤੁਹਾਨੂੰ ਆਪਣਾ ਹੰਕਾਰ ਨਹੀਂ ਚੁਕਾਉਣਾ ਪੈਂਦਾ ਉਹ ਤੁਹਾਤੋਂ ਪਰੇ ਨਹੀਂ ਹੈ। ਜਿਹਦੀ ਕੀਮਤ 'ਚ ਤੁਹਾਨੂੰ ਖੁਦ ਨੂੰ ਦੇਣਾ ਪੈਂਦਾ ਉਹੀ ਤੁਹਾਤੋਂ ਪਰੇ ਹੈ। ਜਿਸ ਦਿਨ ਕੋਈ ਵਿਅਕਤੀ ਆਤਮਾ ਨੂੰ ਪਹੁੰਚਦਾ ਹੈ ਉਸ ਦਿਨ ਉਹਦਾ ਪੁਰਾਣਾ ਰੂਪ ਜੋ ਯਾਤਰਾ ਤੇ ਨਿਕਲਿਆ ਸੀ ਉਵੇਂ ਹੀ ਛੁੱਟ ਗਿਆ ਹੁੰਦਾ ਹੈ, ਜਿਵੇਂ ਸੱਪ ਦੀ ਕੁੰਝ ਛੁੱਟ ਜਾਂਦੀ ਹੈ। ਜਿਸ ਦਿਨ ਕੋਈ ਆਪੇ ਨੂੰ ਪਾਉਂਦਾ ਹੈ ਉਸ ਦਿਨ ਬੜੀ ਹੈਰਾਨੀ 'ਚ ਪੈਂਦਾ ਹੈ ਕਿ ਮੈਂ ਉਹ ਤਾਂ ਬਚਿਆ ਹੀ ਨਹੀਂ ਜੋ ਭਾਲਣ ਨਿਕਲਿਆ ਸੀ। ਕਬੀਰ ਨੇ ਕਿਹਾ ਕਿ ਹੇਰਤ ਹੇਰਤ ਹੈ ਸਖੀ, ਰਿਹਾ ਕਬੀਰ ਹਿਰਾਏ। ਲੱਭਦਾ ਲੱਭਦਾ ਕਬੀਰ ਗੁਆਚ ਗਿਆ। ਤਦ ਹੋਇਆ ਮਿਲਾਪ, ਤਦ ਹੋਇਆ ਮਿਲਣਾ। ਪਰ ਜਿਹੜਾ ਲੱਭਣ ਨਿਕਲਿਆ ਸੀ ਉਹ ਨਹੀਂ ਬਚਿਆ। ਤਦ ਹੋਇਆ ਮੇਲ। ਕਬੀਰ ਨੇ ਬੜੀ ਮਿੱਠੀ ਗੱਲ ਕਹੀ ਹੈ। ਲੱਭਣ ਨਿਕਲਿਆ ਸੀ ਮੈਂ, ਸੋਚਿਆ ਸੀ ਪਾ ਲਵਾਂਗਾ ਉਸਨੂੰ। ਜਦ ਤੱਕ ਉਹ ਨਹੀਂ ਸੀ ਤਦ ਤੱਕ ਮੈਂ ਸੀ, ਤੇ ਜਦ ਉਹਨੂੰ ਪਾਇਆ ਤਾਂ ਦੇਖਿਆ ਜਿਹੜਾ ਲੱਭਣ ਨਿਕਲਿਆ ਸੀ ਉਹ ਲੋਪ ਹੋ ਗਿਆ। ਹੋਰ ਮਜ਼ੇ ਦੀ ਗੱਲ, ਜਦ ਮੈਂ ਖੋ ਗਿਆ ਤਦ ਦੇਖਿਆ ਕਿ ਹਰ ਲਾਗੇ ਪਾਛੇ ਫਿਰੇ, ਕਹਿਤ ਕਬੀਰ ਕਬੀਰ। ਤਦ ਜਦ ਮੈਂ ਬਚਿਆ ਨਹੀਂ ਤਦ ਖੁਦ ਭਗਵਾਨ ਮੇਰੇ ਪਿੱਛੇ ਚਿਲਾਉਣ ਲੱਗੇ, ਲੱਭਣ ਲੱਗੇ ਮੈਨੂੰ, ਕਹਿਣ ਲੱਗੇ ਕਬੀਰ ਕਬੀਰ, ਹਰ ਲਾਗੇ ਪਾਛੇ ਫਿਰੇ, ਕਹਿਤ ਕਬੀਰ ਕਬੀਰ। ਜਦ ਤੱਕ ਮੈਂ ਸੀ ਤੇ ਚਿੱਲਾ ਰਿਹਾ ਸੀ ਉੱਚੀ ਉੱਚੀ ਕਿ ਮੈਂ ਹਾਂ, ਤਦ ਤੱਕ ਉਹਦੀ ਕੋਈ ਝਲਕ ਨਾ ਮਿਲੀ। ਤੇ ਜਦ ਮੈਂ ਗਵਾਚ ਗਿਆ ਤਾਂ ਉਹ ਮੇਰੇ ਪਿੱਛੇ ਲੱਗੇ ਫਿਰਦੇ ਆ, ਮੈਨੂੰ ਪੁੱਛਦੇ ਆ ਕਬੀਰ ਕਬੀਰ। ਉਹ ਜਿਹੜਾ ਮਿਟ ਗਿਆ ਉਹਦੀ ਇੰਨੀ ਪੁੱਛ ਹੋ ਰਹੀ ਹੈ, ਤੇ ਜਦ ਉਹ ਸੀ ਤਾਂ ਉਹਦੀ ਕੋਈ ਵੀ ਪੁੱਛ ਨਹੀਂ ਸੀ। ਤੁਹਾਨੂੰ ਤੁਹਾਡਾ ਪੂਰਾ ਸਨਮਾਨ ਉਸ ਦਿਨ ਮਿਲੇਗਾ ਜਿਸ ਦਿਨ ਤੁਸੀਂ ਮਿਟ ਜਾਓਗੇ। ਤੁਹਾਡਾ ਪੂਰਾ ਗੌਰਵ ਉਸ ਦਿਨ ਖਿੜੇਗਾ ਜਿਸ ਦਿਨ ਤੁਸੀਂ ਨਹੀਂ ਹੋਵੋਗੇ। ਬੀਜ ਜਦ ਟੁੱਟ ਜਾਂਦਾ ਹੈ ਤਾਂ ਜਨਮ ਹੁੰਦਾ ਹੈ ਪੌਦੇ ਦਾ। ਨਦੀ ਜਦ ਖੋ ਜਾਂਦੀ ਹੈ ਤਾਂ ਸਾਗਰ ਬਣ ਜਾਂਦੀ ਹੈ। ਇਹ ਜੋ ਨਿਗੁਣਾ ਹੰਕਾਰ ਹੈ ਇਹਦੇ ਪਰੇ ਹੈ ਉਹ ਵਿਰਾਟ ਜੋ ਤੁਹਾਡੇ ਅੰਦਰ ਹੀ ਛੁਪਿਆ ਹੋਇਆ ਹੈ। ਜੋ ਅਪਹੁੰਚ ਹੈ ਸਿਰਫ ਉਹਦੀ ਇੱਛਾ ਕਰੋ, ਜੋ ਅਪਹੁੰਚ ਹੈ ਸਿਰਫ ਉਸੇ ਦੀ ਇੱਛਾ ਕਰੋ। ਜੋ ਮਿਲ ਸਕਦਾ ਉਹਦੀ ਵੀ ਕੀ ਇੱਛਾ ਕਰਨੀ, ਉਹਨੂੰ ਵੀ ਕੀ ਮੰਗਣਾ ਜੋ ਮਿਲ ਹੀ ਜਾਏਗਾ। ਮੰਗ ਹੀ ਕਰਨੀ ਹੋਵੇ, ਇੱਛਾ ਹੀ ਕਰਨੀ ਹੋਵੇ ਤਾਂ ਉਹਦੀ ਕਰਨਾ ਜੋ ਮਿਲ ਨਹੀਂ ਸਕਦਾ। ਬੜੀ ਅਜੀਬ ਗੱਲ ਹੈ, ਕਿਉਂਕਿ ਜੇ ਉਹ ਮਿਲ ਹੀ ਨਹੀਂ ਸਕਦਾ ਤਾਂ ਮੰਗ ਕਰਨ ਨਾਲ ਵੀ ਕੀ ਹੋਏਗਾ। ਜੇ ਯਕੀਨਨ ਹੀ ਉਹ ਪਹੁੰਚ ਹੈ, ਉਹ ਅਪਹੁੰਚ ਹੈ, ਮਿਲ ਨਹੀਂ ਸਕਦਾ, ਤਾਂ ਉਹਦੀ ਇੱਛਾ ਕਰਨ ਨਾਲ ਵੀ ਕੀ ਹੋਏਗਾ। ਜੇ ਇੱਛਾ ਕਰਨ ਨਾਲ ਉਹ ਮਿਲ ਸਕਦਾ ਫਿਰ ਉਹਨੂੰ ਅਪਹੁੰਚ ਕਹਿਣ ਦਾ ਕੀ ਮਕਸਦ। ਉਹ ਪ੍ਰਾਪਤ ਹੀ ਸੀ, ਇੱਛਾ ਕਰਨ ਨਾਲ ਮਿਲ ਗਿਆ। ਸਮਝਣਾ ਪਏਗਾ ਕੀ ਹੈ ਅਪਹੁੰਚ। ਜੇ ਮਿਲ ਸਕਦਾ ਹੈ ਉਹ ਤਾਂ ਅਪਹੁੰਚ ਨਹੀਂ, ਫਿਰ ਕਿਹੜੀ ਚੀਜ਼ ਅਪਹੁੰਚ ਹੈ। ਇੱਕ ਅਜਿਹੀ ਚੀਜ਼ ਵੀ ਹੈ ਜੋ ਪਹੁੰਚ ਇਸ ਲਈ ਹੈ ਕਿ ਉਹ ਤੁਹਾਨੂੰ ਮਿਲੀ ਹੀ ਹੋਈ ਹੈ। ਉਹਨੂੰ ਪਾਉਣ ਦਾ ਕੋਈ ਸਵਾਲ ਨਹੀਂ ਹੈ, ਉਹਨੂੰ ਪ੍ਰਾਪਤ ਕਰਨ ਦਾ ਕੋਈ ਸਵਾਲ ਨਹੀਂ ਹੈ। ਪਾਇਆ ਤਾਂ ਉਹਨੂੰ ਜਾਂਦਾ ਜੋ ਮਿਲਿਆ ਨਾ ਹੋਵੇ। ਤੁਹਾਡਾ ਅੰਦਰੂਨੀ ਵਜੂਦ ਤਾਂ ਤੁਹਾਨੂੰ ਮਿਲਿਆ ਹੀ ਹੋਇਆ, ਉਹ ਅਪਹੁੰਚ ਨਹੀਂ ਹੈ, ਉਹ ਪਹੁੰਚ ਵਿੱਚ ਹੈ। ਇਸ ਲਈ ਉਹਨੂੰ ਅਪਹੁੰਚ ਕਿਹਾ ਹੈ। ਉਹਨੂੰ ਪਾਉਣ ਦਾ ਕੋਈ ਉਪਾਅ ਨਹੀਂ ਹੈ, ਉਹਨੂੰ ਸਿਰਫ ਉਗਾੜਨ ਦਾ ਉਪਾਅ ਹੈ। ਉਹਨੂੰ ਪਾਉਣ ਦੀ ਕੋਈ ਜ਼ਰੂਰਤ ਨਹੀਂ, ਉਹਨੂੰ ਸਿਰਫ ਪਛਾਣਨ ਦੀ ਜ਼ਰੂਰਤ ਹੈ। ਵਾਕਫੀ, ਪਛਾਣ, ਚੇਤਾ, ਬਸ ਇੰਨਾ ਕਾਫੀ ਹੈ। ਉਹਨੂੰ ਪਾਉਣ ਦੇ ਲਈ ਕੁਝ ਹੋਰ ਕਰਨਾ ਨਹੀਂ ਹੈ, ਸਿਰਫ ਇੱਕ ਪਰਦਾ ਖਿਸਕਾਉਣਾ ਤੇ ਉਹ ਮੌਜੂਦ ਹੈ। ਉਹ ਸਦਾ ਤੋਂ ਮੌਜੂਦ ਹੈ ਆਪਣੀ ਪੂਰੀ ਸੱਤਾ ਵਿੱਚ ਤੁਹਾਡੇ ਅੰਦਰ। ਬੁੱਧ ਨੂੰ ਜਦ ਗਿਆਨ ਹੋਇਆ ਤਦ ਕਿਸੇ ਨੇ ਪੁੱਛਿਆ ਕੀ ਮਿਲਿਆ, ਸਾਨੂੰ ਵੀ ਦੱਸੋ। ਬੁੱਧ ਨੇ ਕਿਹਾ ਮਿਲਿਆ ਕੁਛ ਵੀ ਨਹੀਂ, ਖੋਇਆ ਜ਼ਰੂਰ ਹੈ ਬਹੁਤ, ਮਿਲਿਆ ਕੁਛ ਨਹੀਂ। ਇਸ ਲਈ ਕਿ ਜੋ ਮਿਲਿਆ ਉਹ ਪਹਿਲਾਂ ਤੋਂ ਮਿਲਿਆ ਹੀ ਹੋਇਆ ਸੀ। ਅਸੀਂ ਨਾ ਸਮਝ ਸੀ ਕਿ ਸਾਨੂੰ ਪਤਾ ਨਹੀਂ ਸੀ। ਖੋਇਆ ਬਹੁਤ, ਆਪਣਾ ਆਪ ਖੋਇਆ, ਅਗਿਆਨ ਨੂੰ ਖੋਇਆ, ਸਾਰੇ ਸੁਪਨੇ, ਸਾਰੀਆਂ ਵਾਸਨਾਵਾਂ, ਸਾਰੀਆਂ ਇੱਛਾਵਾਂ ਉਹ ਖੋਈਆਂ। ਲੇਕਿਨ ਜੋ ਪਾਇਆ ਹੈ ਉਹਨੂੰ ਕਿਹਾ ਨਹੀਂ ਜਾ ਸਕਦਾ ਕਿ ਪਾਇਆ,
ਕਿਉਂਕਿ ਉਹ ਤਾਂ ਪਾਇਆ ਹੀ ਹੋਇਆ ਸੀ, ਜੋ ਪਹੁੰਚ ਵਿੱਚ ਹੀ ਸੀ ਉਸੇ ਨੂੰ ਪਾਇਆ। ਇਸੇ ਲਈ ਸੂਤਰ ਕਹਿੰਦਾ ਹੈ ਅਪਹੁੰਚ, ਜੋ ਅਪਹੁੰਚ ਹੈ ਸਿਰਫ ਉਸੇ ਦੀ ਇੱਛਾ ਕਰੋ। ਉਹ ਅਪਹੁੰਚ ਹੈ ਕਿਉਂਕਿ ਕੋਲ ਪਹੁੰਚਣ ਤੇ ਉਹ ਲਗਾਤਾਰ ਦੂਰ ਹਟਦਾ ਚਲਾ ਜਾਂਦਾ ਹੈ। ਇੱਕ ਹੋਰ ਅਰਥ ਵਿੱਚ ਵੀ ਉਹ ਅਪਹੁੰਚ ਹੈ ਕਿਉਂਕਿ ਕੋਲ ਪਹੁੰਚਣ ਤੇ ਉਹ ਲਗਾਤਾਰ ਦੂਰ ਹਟਦਾ ਜਾਂਦਾ ਹੈ। ਤੁਸੀਂ ਪ੍ਰਕਾਸ਼ 'ਚ ਪ੍ਰਵੇਸ਼ ਕਰੋਗੇ ਪਰ ਤੁਸੀਂ ਜੋਤ ਨੂੰ ਛੋਹ ਹਰਗਿਜ਼ ਵੀ ਨਹੀਂ ਲਾ ਸਕੋਗੇ। ਇਸ ਅਰਥ ਵਿੱਚ ਵੀ ਉਹ ਪਹੁੰਚ ਹੈ, ਤੁਸੀਂ ਕਦੇ ਉੱਤੇ ਆਪਣੀ ਮੁੱਠੀ ਨਹੀਂ ਬੰਨ੍ਹ ਸਕੋਗੇ ਕਿਉਂਕਿ ਜਿਵੇਂ ਜਿਵੇਂ ਤੁਸੀਂ ਅੰਦਰ ਜਾਓਗੇ ਤੁਸੀਂ ਮਿਟਣ ਲੱਗੋਗੇ। ਉਹ ਤੁਹਾਨੂੰ ਕਦੇ ਨਹੀਂ ਮਿਲੇਗਾ, ਉਹਦੇ ਮਿਲਣ ਤੋਂ ਪਹਿਲਾਂ ਤੁਸੀਂ ਮਿਟ ਚੁੱਕੇ ਹੋਗੇ। ਹੇਰਤ ਹੇਰਤ ਹੈ ਸਖੀ ਰਿਆ ਕਬੀਰ ਹੈਰਾਈ, ਉਹਨੂੰ ਪਾਉਣ ਤੋਂ ਪਹਿਲਾਂ ਤੁਸੀਂ ਮਿਟ ਚੁੱਕੇ ਹੋਗੇ, ਇਸ ਲਈ ਤੁਹਾਨੂੰ ਉਹ ਕਦੇ ਨਹੀਂ ਮਿਲੇਗਾ। ਤੁਹਾਡੇ ਲਈ ਉਹ ਪਹੁੰਚ ਹੈ, ਤੁਸੀਂ ਉਹਦੇ ਪ੍ਰਕਾਸ਼ ਵਿੱਚ ਤਾਂ ਪ੍ਰਵੇਸ਼ ਕਰੋਗੇ ਪਰ ਉਹਦੀ ਜੋਤ ਨੂੰ ਕਦੇ ਨਹੀਂ ਪਾ ਸਕੋਗੇ। ਜਿਵੇਂ ਪਤੰਗਾ ਦੌੜਦਾ ਦੀਵੇ ਵੱਲ, ਪ੍ਰਕਾਸ਼ ਵਿੱਚ ਤਾਂ ਪ੍ਰਵੇਸ਼ ਕਰਦਾ, ਦੀਵੇ ਦੀ ਰੋਸ਼ਨੀ 'ਚ ਆ ਜਾਂਦਾ ਹੈ, ਤੇ ਜਿਵੇਂ ਜਿਵੇਂ ਕਰੀਬ ਆਉਣ ਲੱਗਦਾ ਹੈ ਉਵੇਂ ਉਵੇਂ ਮਿਟਣ ਦੀ ਘੜੀ ਵੀ ਕਰੀਬ ਆਉਣ ਲੱਗਦੀ ਹੈ। ਤੇ ਜਦ ਜੋਤ ਦੇ ਬਿਲਕੁਲ ਨੇੜੇ ਆ ਜਾਂਦਾ ਹੈ ਤੇ ਜੋਤ ਨੂੰ ਛੋਹ ਲੈਂਦਾ ਤਾਂ ਮਰ ਜਾਂਦਾ ਹੈ। ਜੋਤ ਨੂੰ ਕਦੇ ਨਹੀਂ ਪਾਉਂਦਾ, ਜੋਤ ਨੂੰ ਪਾਉਣ ਤੋਂ ਪਹਿਲਾਂ ਹੀ ਮਿਟ ਜਾਂਦਾ ਹੈ। ਜੇ ਅਸੀਂ ਇਸ ਪ੍ਰਤੀਕ ਨੂੰ ਜ਼ਰਾ ਅੱਗੇ ਖਿੱਚ ਲਈਏ ਤਾਂ ਪਤੰਗੇ ਦਾ ਸਰੀਰ ਤਾਂ ਮਿਟ ਜਾਂਦਾ ਹੈ, ਉਹਦੀ ਆਤਮਾ ਜੋਤ ਨਾਲ ਮਿਲ ਜਾਂਦੀ ਹੋਏਗੀ, ਤੇ ਜਦ ਅਸੀਂ ਅੰਦਰ ਜਾਂਦੇ ਹਾਂ ਤਾਂ ਸਾਡਾ ਹੰਕਾਰ ਤਾਂ ਪਤੰਗੇ ਦੀ ਤਰ੍ਹਾਂ ਮਿਟ ਜਾਂਦਾ ਹੈ। ਲੇਕਿਨ ਜਿਵੇਂ ਅਸੀਂ ਜਾਣਦੇ ਹਾਂ ਆਪਣੇ ਆਪ ਨੂੰ, ਅਜੇ ਜੋ ਸਾਡਾ ਰੂਪ ਹੈ, ਅਜੇ ਜੋ ਅਸੀਂ ਸਮਝਿਆ ਹੈ ਕਿ ਮੇਰਾ ਇਹ ਨਾਂ ਪਤਾ ਟਿਕਾਣਾ, ਇਹ ਜੋ ਮੈਂ ਹਾਂ, ਅਜੇ ਜੋ ਸਾਡੀ ਇੱਕਮਿਕਤਾ ਹੈ, ਇਹ ਇੱਕਮਿਕਤਾ ਕਦੇ ਕਦੇ ਉਸ ਨੂੰ ਹਾਸਲ ਨਹੀਂ ਕਰ ਪਾਉਂਦੀ। ਇਹ ਪ੍ਰਕਾਸ਼ ਪ੍ਰਵੇਸ਼ ਜ਼ਰੂਰ ਕਰਦਾ ਹੈ, ਇਹ ਮੰਦਰ ਦੀਆਂ ਪੌੜੀਆਂ ਤੇ ਜ਼ਰੂਰ ਚੜ੍ਹਦਾ ਹੈ, ਇਹ ਹੰਕਾਰ ਪਰ ਮੰਦਰ ਦੇ ਦੁਆਰ ਦੇ ਬਾਹਰ ਹੀ ਢਹਿ ਜਾਂਦਾ ਹੈ। ਮੰਦਰ ਜੋ ਪ੍ਰਵੇਸ਼ ਕਰਦਾ ਉਹ ਹੰਕਾਰ ਨਹੀਂ ਹੈ। ਜਿਵੇਂ ਤੁਸੀਂ ਜੁੱਤੀ ਮੰਦਰ ਦੇ ਬਾਹਰ ਲਾ ਦਿੰਦੇ ਹੋ, ਇਵੇਂ ਤੁਸੀਂ ਲੱਥ ਜਾਓਗੇ ਅਸਲੀ ਮੰਦਰ ਦੇ ਬਾਹਰ। ਉਹ ਵੀ ਖੋਲ ਹੈ, ਉਛਾੜ ਹੈ, ਤੁਹਾਡਾ ਹੋਣਾ ਜੋ ਤੁਸੀਂ ਜਾਣਿਆ ਹੈ ਕਿ ਅਜੇ ਕਿ ਮੈਂ ਇਹ ਹਾਂ, ਉਹ ਵੀ ਖੋਲ ਹੈ, ਉਹ ਵੀ ਮੰਦਰ ਦੇ ਬਾਹਰ ਹੀ ਢਹਿ ਜਾਏਗਾ। ਤੁਸੀਂ ਜ਼ਰੂਰ ਮੰਦਰ 'ਚ ਕਦੇ ਪ੍ਰਵੇਸ਼ ਕਰੋਗੇ ਪਰ ਉਸ ਤੁਸੀਂ ਦਾ ਤੁਹਾਨੂੰ ਕੋਈ ਪਤਾ ਨਹੀਂ ਹੈ, ਤੇ ਤੁਸੀਂ ਮੰਦਰ 'ਚ ਕਦੇ ਪ੍ਰਵੇਸ਼ ਨਹੀਂ ਕਰੋਗੇ ਜਿਸ ਤੁਸੀਂ ਦਾ ਤੁਹਾਨੂੰ ਪਤਾ ਹੈ। ਤੁਸੀਂ ਜੋ ਜਾਣਦੇ ਹੋ ਆਪਣੇ ਆਪ ਨੂੰ, ਉਹ ਬਾਹਰ ਮਿਟ ਜਾਏਗਾ। ਜਿਹਨੂੰ ਤੁਸੀਂ ਜਾਣਦੇ ਨਹੀਂ ਉਹ ਅੰਦਰ ਪ੍ਰਵੇਸ਼ ਕਰੇਗਾ, ਉਹ ਜੋਤ ਦੇ ਨਾਲ ਇੱਕ ਹੋ ਜਾਏਗਾ। ਇਸ ਲਈ ਵੀ ਸੂਤਰ ਕਹਿੰਦਾ ਹੈ ਇਹ ਅਪਹੁੰਚ ਹੈ, ਜੋ ਅਪਹੁੰਚ ਹੈ ਸਿਰਫ ਉਸੇ ਦੀ ਇੱਛਾ ਕਰੋ। ਧੰਨਵਾਦ।